ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਅੱਜ ਆਪਾਂ ਤੁਹਾਡੇ ਲਈ ਜੇਲ੍ਹ ਵਾਰਡਨ ਦੀ ਸ਼ਿਫਟ 4 ਅਤੇ PSSB ਦੇ PYQ ਦਾ 12 ਨੰਬਰ ਪੇਪਰ ਲੈ ਕੇ ਆਏ ਆ। ਇਸ ਤੋਂ ਪਹਿਲਾਂ ਆਪਾਂ 11 ਪੇਪਰਾਂ ਦੀ ਜੀਕੇ ਅਤੇ ਕਰੰਟ ਅਫੇਅਰ, ਜੀਕੇ ਕਰੰਟ ਅਫੇਅਰ ਜਾਂ ਪੰਜਾਬ ਜੀਕੇ ਜੋ ਵੀ ਚੀਜ਼ ਇਹਨਾਂ ਨੇ ਪੁੱਛੀ ਗਈ ਸੀਗੀ 11 ਦੇ 11 ਪੇਪਰ ਜੋ PSSB ਦੇ ਹੋਏ ਨੇ 2021 ਦੇ ਵਿੱਚ, ਉਹ ਸਾਰਿਆਂ ਨੂੰ ਆਪਾਂ ਡਿਟੇਲ ਦੇ ਵਿੱਚ ਕੀਤਾ ਹੋਇਆ ਵਾ ਤੇ ਕੁਝ ਕੁਐਸਚਨ ਨੂੰ ਆਪਾਂ ਨਾਲ ਐਕਸਪਲੇਨ ਵੀ ਕੀਤਾ ਵਾ, ਜਿਹਦੇ ਵਿੱਚੋਂ ਕਿ ਅੱਗੇ ਪੇਪਰ ਦੇ ਵਿੱਚ ਵੀ ਆਉਣ ਵਾਲੇ 2022-23 ਪੇਪਰਾਂ ਦੇ ਵਿੱਚ ਵੀ ਕੁਐਸਚਨ ਰਿਪੀਟ ਹੋ ਸਕਦੇ ਨੇ। ਸੋ ਇਹ ਪੂਰੀ ਕਲਾਸ ਤੁਸੀਂ ਪੂਰੀ ਦੇਖਣੀ ਆ, ਠੀਕ ਆ। ਤੁਹਾਨੂੰ ਆਪਾਂ 5 ਤੋਂ 7 ਸੈਕਿੰਡ ਦਾ ਟਾਈਮ ਦੇਵਾਂਗੇ, ਤੁਸੀਂ 5-7 ਸੈਕਿੰਡ ਦੇ ਵਿੱਚ ਆਪਣੇ ਮਾਈਂਡ ਦੇ ਵਿੱਚ ਸੋਚਣਾ ਵਾ ਕਿ ਕੀ ਤੁਹਾਨੂੰ ਉਹ ਕੁਐਸਚਨ ਆਉਂਦਾ ਵਾ ਕਿ ਨਹੀਂ ਆਉਂਦਾ। ਉਸ ਤੋਂ ਬਾਅਦ ਨਾਲ ਹੀ ਆਪਾਂ ਤੁਹਾਨੂੰ ਆਨਸਰ ਦੱਸ ਦੇਵਾਂਗੇ। ਸੋ ਜੀ ਹੁਣ ਆਪਾਂ ਪਹਿਲਾ ਕੁਐਸਚਨ ਸ਼ੁਰੂ ਕਰਦੇ ਹਾਂ ਜੀ। 81 ਨੰਬਰ ਕੁਐਸਚਨ ਆ, ਇਹਦੇ ਵਿੱਚ 40 ਨੰਬਰ ਦੀ ਜੀਕੇ ਆਈ ਸੀ ਵਿਦ ਪੰਜਾਬ ਜੀਕੇ। ਪੰਜਾਬ ਜੀਕੇ ਦੇ ਵਿੱਚ ਵੀ ਖਾਸ ਕਰ ਇਹਨਾਂ ਨੇ ਪੋਲਿਟੀ ਵੱਧ ਪੁੱਛੀ ਸੀ, ਠੀਕ ਆ। ਸੋ ਜੇਲ੍ਹ ਵਾਰਡਨ ਦੇ ਪੇਪਰ ਦਾ ਇਹ ਪੂਰਾ ਆਪਾਂ ਐਨਾਲਾਈਜ਼ ਕਰਾਂਗੇ। ਚੌਥੀ ਸ਼ਿਫਟ ਆ ਇਹ ਜੇਲ੍ਹ ਵਾਰਡਨ ਦੀ। ਸੋ ਸ਼ੁਰੂ ਕਰਦੇ ਹਾਂ ਜੀ। ਹਾਂ ਜੀ, ਪਹਿਲਾ ਆਇਆ ਵਾ, ਉਹ ਕਹਿੰਦਾ ਜੀ ਮਨੀ ਬਿੱਲ ਜਾਂ ਵਿੱਤੀ ਬਿੱਲ ਕਿਹਦੀ ਸਿਫਾਰਿਸ਼ ਤੇ ਲੋਕ ਸਭਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ? ਪ੍ਰਾਈਮ ਮਿਨਿਸਟਰ, ਫਾਈਨੈਂਸ ਮਿਨਿਸਟਰ, ਵਾਈਸ ਪ੍ਰੈਜ਼ੀਡੈਂਟ ਜਾਂ ਪ੍ਰੈਜ਼ੀਡੈਂਟ? ਇਹ ਕੁਐਸਚਨ ਬਹੁਤ ਚੰਗੀ ਤਰ੍ਹਾਂ ਆਪਾਂ ਕੁਐਸਚਨ ਵੀ ਕੀਤਾ ਹੋਇਆ ਵਾ ਤੇ ਇਹ ਵਾਲਾ ਜਿਹੜਾ ਆਪਣਾ ਟੌਪਿਕ ਆ, ਚਾਹੇ ਲੋਕ ਸਭਾ ਵਾ ਚਾਹੇ ਆਪਣਾ ਬਾਕੀ ਜੋ ਵੀ ਟੌਪਿਕ ਪੋਲਿਟੀ ਦੇ ਵਿੱਚ ਮੈਂ ਕਰਵਾਇਆ, ਇਹ ਟੌਪਿਕ ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਕਰਵਾਇਆ ਹੋਇਆ ਵਾ। ਸੋ ਇਹਦਾ ਆਨਸਰ ਤੁਹਾਨੂੰ ਪਤਾ ਹੋਣਾ ਚਾਹੀਦਾ। ਬਿਲਕੁਲ ਸਹੀ ਜੀ, ਡੀ ਆਨਸਰ ਬਣਦਾ ਇਹਦਾ, ਪ੍ਰੈਜ਼ੀਡੈਂਟ ਸਹੀ ਬਣਦਾ। ਦੇਖੋ ਜੀ ਹੁਣ ਇਹਦੇ ਵਿੱਚ ਮੇਨ ਇਹੀ ਚੀਜ਼ ਹੁੰਦੀ ਆ ਕਿ ਪਹਿਲਾ ਇੱਕ ਕੁਐਸਚਨ ਹੋਰ ਪੁੱਛਦੇ ਆ ਕਿ ਜਦੋਂ ਵੀ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਜਦੋਂ ਬਿੱਲ ਪੇਸ਼ ਹੁੰਦਾ ਵਾ, ਮਨੀ ਬਿੱਲ ਸਪੈਸ਼ਲੀ, ਠੀਕ ਆ, ਕੋਈ ਵੀ ਬਿੱਲ ਮੰਨ ਲਓ ਮਨੀ ਬਿੱਲ, ਫਾਈਨੈਂਸ ਬਿੱਲ, ਠੀਕ ਆ, ਫਾਈਨੈਂਸ ਬਿੱਲ ਜਦੋਂ ਪੇਸ਼ ਹੁੰਦਾ ਵਾ ਉਹਦੇ ਵਿੱਚ ਇਹ ਦੇਖਣਾ ਹੁੰਦਾ ਵਾ ਕਿ ਇਹਨੂੰ ਇਹ ਮਨੀ ਬਿੱਲ ਹੈਗਾ ਵਾ ਕਿ ਨਹੀਂ ਗਾ। ਇਹ ਕੌਣ ਡਿਸਾਈਡ ਕਰਦਾ? ਇਹ ਕਰਦਾ ਹੁੰਦਾ ਜੀ ਲੋਕ ਸਭਾ। ਲੋਕ ਸਭਾ ਦਾ ਜੋ ਆਪਣਾ ਸਪੀਕਰ ਹੁੰਦਾ ਵਾ, ਲੋਕ ਸਭਾ ਦਾ ਸਪੀਕਰ ਡਿਸਾਈਡ ਕਰਦਾ ਹੁੰਦਾ ਵਾ ਕਿ ਇਹ ਜਿਹੜਾ ਫਾਈਨੈਂਸ ਬਿੱਲ ਆ ਇਹ ਆਪਣਾ ਮਨੀ ਬਿੱਲ ਹੈਗਾ ਵਾ ਕਿ ਨਹੀਂ ਹੈਗਾ। ਪਹਿਲਾ ਕੁਐਸਚਨ ਤੁਹਾਡਾ ਇਹ ਪੇਪਰ ਦੇ ਵਿੱਚ ਬਣਦਾ ਵਾ, ਠੀਕ ਆ। ਦੂਜਾ ਕੁਐਸਚਨ ਇਹ ਬਣਦਾ ਵਾ ਕਿ ਜਿਹੜੇ ਮਨੀ ਬਿੱਲ ਹੁੰਦੇ ਨੇ ਉਹ ਕੀ ਰਾਜ ਸਭਾ ਦੇ ਵਿੱਚ ਪੇਸ਼ ਹੁੰਦੇ ਨੇ ਕਿ ਨਹੀਂ ਹੁੰਦੇ? ਨਹੀਂ ਹੁੰਦੇ ਜੀ, ਠੀਕ ਆ। ਲੋਕ ਸਭਾ ਦੇ ਵਿੱਚ ਹੀ ਸਿਰਫ ਇੰਟਰੋਡਿਊਸ ਹੁੰਦੇ ਨੇ ਜਿਹੜੇ ਮਨੀ ਬਿੱਲ ਹੁੰਦੇ ਨੇ, ਠੀਕ ਆ। ਆਰਡੀਨਰੀ ਬਿੱਲ ਦੀ ਗੱਲ ਹੋਰ ਹੁੰਦੀ ਆ। ਜਿਹੜੇ ਆਰਡੀਨਰੀ ਬਿੱਲ ਆ ਉਹਦੇ ਬਾਰੇ ਆਪਾਂ ਪੂਰੀ ਡਿਟੇਲ ਦੇ ਵਿੱਚ, ਤੁਸੀਂ ਆਪਣੀ ਪ੍ਰੈਜ਼ੀਡੈਂਟ ਦੀ ਕਲਾਸ, ਲੋਕ ਸਭਾ ਪਾਰਲੀਮੈਂਟ ਦੀ ਕਲਾਸ ਦੇਖੋਗੇ, ਉਹਦੇ ਵਿੱਚ ਮੈਂ ਬਹੁਤ ਚੰਗੀ ਤਰ੍ਹਾਂ ਕਰਵਾਇਆ ਹੋਇਆ, ਠੀਕ ਆ। ਸੋ ਇਹ ਤੁਹਾਡਾ ਪੂਰਾ ਟੌਪਿਕ ਤੁਹਾਡਾ ਕਵਰ ਹੋ ਜਾਏਗਾ ਉਹਦੇ ਵਿੱਚ। ਸੋ ਜ਼ਿਆਦਾ ਆਪਾਂ ਐਕਸਪਲੇਨ ਨਹੀਂ ਕਰਾਂਗੇ, ਜਿੰਨਾ ਜ਼ਰੂਰੀ ਸੀ ਆਪਾਂ ਤੁਹਾਨੂੰ ਐਕਸਪਲੇਨ ਕਰਤਾ। ਇੱਦਾਂ ਦੇ ਕੁਐਸਚਨ ਹੀ ਪੇਪਰ ਦੇ ਵਿੱਚ ਬਣਦੇ ਨੇ। ਨੈਕਸਟ ਆਪਾਂ ਕਰਦੇ ਹਾਂ ਜੀ। ਇਹਨਾਂ ਚੋਂ ਕਿਹੜਾ ਡਿਸਟ੍ਰਿਕਟ ਆ ਜਿਹੜਾ ਕਿ ਦੁਆਬਾ ਦੇ ਖੇਤਰ ਦੇ ਵਿੱਚ ਨਹੀਂ ਆਉਂਦਾ ਗਾ? ਜਲੰਧਰ, ਲੁਧਿਆਣਾ, ਕਪੂਰਥਲਾ ਜਾਂ ਹੁਸ਼ਿਆਰਪੁਰ? ਬਹੁਤ ਸੌਖਾ ਕੁਐਸਚਨ ਆ, ਇਹ ਵੀ ਮੈਂ ਤੁਹਾਨੂੰ ਕਰਵਾਇਆ ਹੋਇਆ ਵਾ ਆਪਣੀ ਪੰਜਾਬ ਜੀਕੇ ਦੀ ਕਲਾਸ ਦੇ ਵਿੱਚ। ਦੇਖੋ ਜੀ ਆਪਾਂ ਤੁਹਾਨੂੰ 5-7 ਸੈਕਿੰਡ ਦਾ ਟਾਈਮ ਦੇਣਾ ਮੈਂ ਇਹਦੇ ਵਿੱਚ। ਬਿਲਕੁਲ ਸਹੀ ਜੀ, ਲੁਧਿਆਣਾ ਇੱਕ ਇਹੋ ਜਿਹਾ ਖੇਤਰ ਆ ਜਿਹੜਾ ਕਿ ਆਪਣੇ ਦੁਆਬਾ ਰੀਜਨ 'ਚ ਨਹੀਂ ਆਉਂਦਾ, ਠੀਕ ਆ। ਕਿੱਥੇ ਆਉਂਦਾ? ਇਹ ਮਾਲਵਾ ਦੇ ਵਿੱਚ ਆਉਂਦਾ। ਹੁਣ ਜੀ ਇਹਦੇ ਵਿੱਚ 4 ਜ਼ਿਲ੍ਹੇ ਆਉਂਦੇ ਨੇ, ਜਲੰਧਰ ਆਉਂਦਾ, ਕਪੂਰਥਲਾ ਆਉਂਦਾ ਵਾ, ਹੁਸ਼ਿਆਰਪੁਰ ਆਉਂਦਾ ਵਾ ਤੇ ਚੌਥਾ ਜ਼ਿਲ੍ਹਾ ਕਿਹੜਾ ਹੁੰਦਾ ਵਾ? ਦੁਆਬੇ ਦੀ ਗੱਲ ਹੋ ਰਹੀ ਆ। ਹੁਣ ਤੁਸੀਂ ਚੌਥਾ ਜ਼ਿਲ੍ਹਾ, ਵਿਚ ਆਫ ਦਾ ਫੋਲੋਇੰਗ ਵਾਟਰ ਬੋਡੀ ਸੈਪਰੇਟ ਅੰਡਾਮਾਨ ਐਂਡ ਨਿਕੋਬਾਰ, ਠੀਕ ਆ ਜੀ। ਸੋ ਇਹ ਵੀ ਬਹੁਤ ਵਾਰ ਪੇਪਰ ਦੇ ਵਿੱਚ ਰਿਪੀਟ ਹੋਇਆ ਵਾ। ਸੋ ਥੋੜਾ ਜਿਹਾ ਇਦਾਂ ਦਾ ਕੁਐਸਚਨ ਬਣ ਜਾਂਦਾ ਵਾ ਪੇਪਰ 'ਚ। 11 ਡਿਗਰੀ ਚੈਨਲ ਆ, 12 ਡਿਗਰੀ ਚੈਨਲ ਆ, 10 ਡਿਗਰੀ ਚੈਨਲ ਆ ਜਾਂ 13 ਡਿਗਰੀ ਚੈਨਲ ਆ, ਠੀਕ ਆ। ਸੋ ਸੈਪਰੇਟ ਕਰਦਾ ਵਾ ਜਿਹੜਾ ਕਿਹੜਾ ਚੈਨਲ ਆ? 10 ਡਿਗਰੀ ਚੈਨਲ ਆ, ਠੀਕ ਆ ਜੀ। ਸੋ ਜਦੋਂ ਆਪਾਂ ਇਹ ਟੌਪਿਕ ਕਰਾਂਗੇ ਤਾਂ ਉਹਦੇ ਵਿੱਚ ਆਪਾਂ ਤੁਹਾਨੂੰ ਡਿਟੇਲ ਦੇ ਵਿੱਚ ਪੜ੍ਹਾ ਦਾਂਗੇ ਇਹਨੂੰ। ਨੈਕਸਟ ਆਪਾਂ ਕਰਦੇ ਹਾਂ ਜੀ। ਇੰਡੀਅਨ ਪ੍ਰੈਜ਼ੀਡੈਂਟ ਆ ਜਿਹੜਾ, ਇਹਨਾਂ ਦੇ ਵਿੱਚੋਂ ਲੋਕ ਸਭਾ ਨੂੰ ਕੀ ਨਹੀਂ ਕਰ ਸਕਦਾ? ਠੀਕ ਆ, ਡਿਸੋਲਵ ਨਹੀਂ ਕਰ ਸਕਦਾ, ਪ੍ਰੋਗ ਨਹੀਂ ਕਰ ਸਕਦਾ, ਸਮਨ ਨਹੀਂ ਕਰ ਸਕਦਾ, ਅਡਜਰਨ ਨਹੀਂ ਕਰ ਸਕਦਾ। ਇਹ ਵੀ ਮੈਂ ਤੁਹਾਨੂੰ ਲੋਕ ਸਭਾ ਦੇ ਸਪੀਕਰ ਦੇ ਵਿੱਚ ਜਾਂ ਇੰਡੀਅਨ ਪ੍ਰੈਜ਼ੀਡੈਂਟ ਦਾ ਜੋ ਆਪਣਾ ਪੋਲਿਟੀ ਦਾ ਟੌਪਿਕ ਆ ਉਹਦੇ ਵਿੱਚ ਕਰਵਾਇਆ ਹੋਇਆ ਵਾ। ਸੋ ਤੁਹਾਡਾ ਸਹੀ ਹੋਣਾ ਚਾਹੀਦਾ ਹੈ। ਬਿਲਕੁਲ ਸਹੀ ਜੀ, ਇਹਦੇ ਵਿੱਚ ਆਪਣਾ ਇੰਡੀਅਨ ਪ੍ਰੈਜ਼ੀਡੈਂਟ ਆ ਜਿਹੜਾ ਅਡਜਰਨ ਨਹੀਂ ਕਰ ਸਕਦਾ ਹੁੰਦਾ, ਲੋਕ ਸਭਾ ਨੂੰ ਸਮਨ ਵੀ ਕਰ ਸਕਦਾ ਹੁੰਦਾ, ਪ੍ਰੋਗ ਵੀ ਕਰ ਸਕਦਾ ਹੁੰਦਾ ਤੇ ਡਿਸੋਲਵ ਵੀ ਕਰ ਸਕਦਾ ਹੁੰਦਾ। ਨੈਕਸਟ ਕਰਦੇ ਹਾਂ ਜੀ ਆਪਾਂ। ਇਹਨਾਂ ਦੇ ਵਿੱਚੋਂ ਕੌਣ ਆ ਜਿਹੜਾ ਕਿ ਸਪੀਕਰ ਨੂੰ ਅਪਾਇੰਟ ਕਰਦਾ ਵਾ? ਲੈਜਿਸਲੇਟਿਵ ਅਸੈਂਬਲੀ ਦੇ, ਵਿਧਾਨ ਸਭਾ ਦੇ ਸਪੀਕਰ ਦੀ ਨਿਯੁਕਤੀ ਕੌਣ ਕਰਦਾ? ਗਵਰਨਰ ਕਰਦਾ, ਚੀਫ ਮਿਨਿਸਟਰ ਕਰਦਾ, ਮੈਂਬਰ ਆਫ ਸਟੇਟ ਅਸੈਂਬਲੀ ਕਰਦੇ ਆ ਜਾਂ ਪ੍ਰਾਈਮ ਮਿਨਿਸਟਰ ਕਰਦੇ ਆ? ਇਹ ਹੁਣ ਤੁਹਾਨੂੰ ਮੈਂ ਕੱਲ ਪਰਸੋਂ ਹੋਈ ਜਿਹੜੀ ਆਪਣੀ ਕਲਾਸ ਹੋਈ ਸੀ ਸਟੇਟ ਲੈਜਿਸਲੇਟਿਵ ਅਸੈਂਬਲੀ ਤੇ ਕੌਂਸਲ, ਠੀਕ ਆ। ਆਪਾਂ ਸਟੇਟ ਲੈਜਿਸਲੇਚਰ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ ਪਾਰਲੀਮੈਂਟ ਦੀ 23 ਨੰਬਰ ਕਲਾਸ 'ਚ। ਸੋ ਇਹ ਕਿਸੇ ਵੀ ਕੈਂਡੀਡੇਟ ਦਾ ਗਲਤ ਨਹੀਂ ਹੋਣਾ ਚਾਹੀਦਾ ਗਾ। ਬਿਲਕੁਲ ਸਹੀ ਜੀ, ਇਹਨੂੰ ਕੌਣ ਅਪਾਇੰਟ ਕਰਦਾ? ਮੈਂਬਰ ਆਫ ਦਾ ਸਟੇਟ ਅਸੈਂਬਲੀ ਦੇ ਜਿਹੜੇ ਵਿਧਾਨ ਸਭਾ ਦੇ ਜਿਹੜੇ ਮੈਂਬਰ ਹੁੰਦੇ ਨੇ ਉਹੀ ਆਪਣੇ ਦੇ ਵਿੱਚੋਂ ਕਿਸੇ ਇੱਕ ਵਿਅਕਤੀ ਨੂੰ ਆਪਣਾ ਚੁਣ ਲੈਂਦੇ ਨੇ, ਨਿਯੁਕਤ ਕਰ ਦਿੰਦੇ ਨੇ ਸਪੀਕਰ। ਨੈਕਸਟ ਕਰਦੇ ਹਾਂ ਜੀ ਹੁਣ ਆਪਾਂ। ਅੱਜ ਕਰੰਟ ਅਫੇਅਰ ਦਾ ਕੁਐਸਚਨ ਉਦੋਂ ਬਣਿਆ ਸੀਗਾ ਉਸ ਟਾਈਮ 'ਚ 2021 'ਚ ਕਿ ਕੋਵਿਡ-19 ਦੀ ਵੈਕਸੀਨ ਭਾਰਤ ਬਾਇਓਟੈਕ ਨੇ ਕਿਹੜੀ ਵੈਕਸੀਨ ਡਿਵੈਲਪ ਕੀਤੀ ਆ? ਕੋਵਿਸ਼ੀਲਡ ਆ, ਕੋਵੈਕਸੀਨ ਆ, ਨੋਵੋਵੈਕਸ ਆ ਜਾਂ ਸਪੁਟਕਿਨ ਆਪਣਾ 5 ਆ? ਦੱਸੋ ਜੀ। ਸੋ ਇਹ ਕੁਐਸਚਨ ਉਸ ਟਾਈਮ ਦੇ ਉੱਤੇ ਬਣਿਆ ਸੀ। ਸੋ ਹੁਣ ਤਾਂ ਇਹ ਕੁਐਸਚਨ ਨਹੀਂ ਬਣੇਗਾ, ਠੀਕ ਹੈ। ਸੋ ਉਸ ਟਾਈਮ ਕੋਵੈਕਸੀਨ ਕੀਤੀ ਸੀ ਭਾਰਤ ਬਾਇਓਟੈਕ ਨੇ। ਨੈਕਸਟ ਆਪਾਂ ਕਰਦੇ ਹਾਂ। ਇਹਨਾਂ ਦੇ ਵਿੱਚੋਂ ਦੱਸੋ ਜੀ ਹੂ ਪਰਫਾਰਮ ਦਾ ਫੰਕਸ਼ਨ। ਦੇਖੋ ਜੀ ਪੰਜਾਬੀ 'ਚ ਮੈਂ ਤੁਹਾਨੂੰ ਦੱਸਦਾ,
ਜੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੋਨਾਂ ਦੇ ਮਤਲਬ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਦੇ ਦੋਵਾਂ ਦੇ ਅਹੁਦੇ ਖਾਲੀ ਹੋ ਜਾਣ ਤਾਂ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੇ ਕਾਰਜ ਕੌਣ ਕਰਦਾ? ਪ੍ਰਾਈਮ ਮਿਨਿਸਟਰ, ਲੋਕ ਸਭਾ ਦਾ ਸਪੀਕਰ, ਗ੍ਰਹਿ ਮੰਤਰੀ ਜਾਂ ਆਪਣਾ ਚੀਫ ਜਸਟਿਸ ਆਫ ਇੰਡੀਆ। ਬਹੁਤ ਚੰਗੀ ਤਰ੍ਹਾਂ ਕਰਵਾਇਆ। ਹੁਣ ਇਹ ਤੁਸੀਂ ਜਿਨ੍ਹਾਂ ਨੇ ਆਪਣੀਆਂ ਕਲਾਸਾਂ ਦੇਖੀਆਂ ਨੇ ਉਹਨੂੰ ਇਹ ਚੀਜ਼ ਦੇਖਦੇ ਸਾਰ ਪਤਾ ਲੱਗ ਜਾਏਗੀ ਕਿ ਹਾਂ ਇਹ ਆਪਾਂ ਕੀਤਾ ਹੋਇਆ ਵਾ, ਤੇ ਉਹ ਕੈਂਡੀਡੇਟ ਬਿਲਕੁਲ ਸਹੀ ਲਾਏਗਾ ਇਹਦਾ ਆਨਸਰ ਆਪਣੇ ਦਿਮਾਗ ਦੇ ਵਿੱਚ। ਬਿਲਕੁਲ ਸਹੀ। ਦਾ ਚੀਫ ਜਸਟਿਸ ਆਫ ਇੰਡੀਆ ਹੁੰਦਾ ਜਦੋਂ ਵਾਈਸ ਪ੍ਰੈਜ਼ੀਡੈਂਟ ਜਾਂ ਪ੍ਰੈਜ਼ੀਡੈਂਟ ਦਾ ਮੰਨ ਲਓ ਆਫਿਸ ਖਾਲੀ ਹੋ ਜਾਵੇ ਕਿਸੇ ਵੀ ਰੀਜ਼ਨ ਕਰਕੇ, ਤਾਂ ਜਿਹੜਾ ਚੀਫ ਜਸਟਿਸ ਆਫ ਇੰਡੀਆ ਹੁੰਦਾ ਵਾ, ਠੀਕ ਆ ਜੀ, ਉਹ ਆਪਣਾ ਕਰਦਾ ਹੁੰਦਾ ਵਾ, ਇਹਦਾ ਅਹੁਦਾ ਸੰਭਾਲ ਸਕਦਾ ਹੁੰਦਾ ਵਾ, ਫੰਕਸ਼ਨ ਕਰ ਸਕਦਾ ਹੁੰਦਾ ਵਾ। ਨੈਕਸਟ, ਵਿਕਰਮ ਯੁੱਗ ਦੀ ਸ਼ੁਰੂਆਤ ਡੈਸ਼ BC ਵਿੱਚ ਹੋਈ ਸੀ? 55, 53, 54 ਜਾਂ 57? ਆਪਾਂ ਤੁਹਾਨੂੰ 5 ਸੈਕਿੰਡ ਦਾ ਟਾਈਮ ਦੇਵਾਂਗੇ। ਸੋ ਇਦਾਂ ਦੇ ਕੁਐਸਚਨ ਵੀ ਪੇਪਰ ਦੇ ਵਿੱਚ ਬਣ ਜਾਂਦੇ ਨੇ। ਸੋ 57 ਡੀ ਆਨਸਰ ਇਹਦਾ ਬਿਲਕੁਲ ਸਹੀ ਚਲਿਆ ਗਿਆ। 89 ਕੁਐਸਚਨ ਆ ਗਿਆ ਜੀ ਸਾਡਾ, ਹਾਊ ਮੈਨੀ ਫੰਡਾਮੈਂਟਲ ਰਾਈਟਸ ਆਰ ਕਰੰਟਲੀ ਇਨਕਲੂਡਡ ਇਨ ਇੰਡੀਅਨ ਕੰਸਟੀਟਿਊਸ਼ਨ? 4 ਨੇ, 5 ਨੇ, 6 ਨੇ ਜਾਂ 7 ਨੇ? ਮੌਲਿਕ ਅਧਿਕਾਰ ਪੁੱਛ ਲਏ ਕਿ ਇਸ ਟਾਈਮ ਦੇ ਉੱਤੇ ਆਪਣੇ ਇੰਡੀਅਨ ਕੰਸਟੀਟਿਊਸ਼ਨ ਦੇ ਵਿੱਚ ਕਿੰਨੇ ਨੇ, ਦੱਸੋ ਜੀ। ਸੋ ਇਹ ਬਹੁਤ ਚੰਗੀ ਤਰ੍ਹਾਂ ਮੇਰਾ ਫੰਡਾਮੈਂਟਲ ਰਾਈਟ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਕਰਵਾਇਆ ਹੋਇਆ ਵਾ। ਸੋ ਇਹ ਵੀ ਕਿਸੇ ਦਾ ਵੀ ਗਲਤ ਨਹੀਂ ਹੋਣਾ ਚਾਹੀਦਾ। ਬਿਲਕੁਲ ਸਹੀ ਜੀ। ਇਹ ਆਪਣਾ 6 ਨੇ ਇਸ ਟਾਈਮ ਦੇ ਉੱਤੇ ਫੰਡਾਮੈਂਟਲ ਰਾਈਟਸ ਆਪਣੇ 6 ਨੇ। ਕਿਹੜੇ ਪਾਰਟ 'ਚ ਸੰਵਿਧਾਨ 'ਚ ਦਰਜ ਆ? ਪਾਰਟ 3 'ਚ ਦਰਜ ਆ। ਕਿੰਨੇ ਤੋਂ ਕਿੰਨੇ ਨੰਬਰ ਆਰਟੀਕਲ 'ਚ ਦਰਜ ਆ? 12 ਤੋਂ 35 ਨੰਬਰ ਆਰਟੀਕਲ ਦੇ ਵਿੱਚ ਦਰਜ ਨੇ, ਠੀਕ ਆ। 6 ਨੇ, ਇਸ ਤੋਂ ਪਹਿਲਾਂ 7 ਹੁੰਦੇ ਸੀ, ਠੀਕ ਆ। ਹੁਣ ਇੱਕ ਜਿਹੜਾ ਸੀਗਾ ਰਾਈਟ ਟੂ ਪ੍ਰੋਪਰਟੀ, ਰਾਈਟ ਟੂ ਪ੍ਰੋਪਰਟੀ ਇੱਕ ਇਹੋ ਜਿਹਾ ਆਪਣਾ ਫੰਡਾਮੈਂਟਲ ਰਾਈਟ ਸੀਗਾ ਜਿਹੜਾ ਕਿ ਇਹਨੂੰ ਬਾਅਦ ਵਿੱਚ ਰਿਮੂਵ ਕਰ ਦਿੱਤਾ ਗਿਆ, ਤੇ ਹੁਣ ਇਹ ਕੀ ਆ? ਇਹ ਇੱਕ ਲੀਗਲ ਰਾਈਟ ਆ, ਠੀਕ ਆ ਜੀ, ਇਹ ਇੱਕ ਲੀਗਲ ਰਾਈਟ ਆ। ਬਸ ਹੁਣ ਇਸ ਟਾਈਮ ਦੇ ਉੱਤੇ 6 ਨੇ, ਬਸ ਇਹ ਯਾਦ ਕਰ ਲਓ ਤੁਸੀਂ। ਬਾਕੀ ਫੰਡਾਮੈਂਟਲ ਰਾਈਟਸ ਦੀ ਆਪਣੀ ਕਲਾਸ ਦੇਖੋ, ਉਹਦੇ ਵਿੱਚ ਤੁਹਾਡੇ ਸਾਰੇ ਡਾਊਟ ਕਲੀਅਰ ਹੋ ਜਾਣਗੇ। ਨੈਕਸਟ ਕਰਦੇ ਹਾਂ ਜੀ ਆਪਾਂ, ਵਿਚ ਆਫ ਦਾ ਫੋਲੋਇੰਗ ਆਰ ਮੇਨ ਸੈਕਸ਼ਨ ਆਫ ਦਾ ਸੈਂਟਰ ਗੌਰਮੈਂਟ ਆਫ ਇੰਡੀਆ ਦੇ ਮੇਨ ਸੈਕਸ਼ਨ ਕਿਹੜੇ ਕਿਹੜੇ ਨੇ? ਐਗਜ਼ੀਕਿਊਟਿਵ ਜਾਂ ਜੁਡੀਸ਼ਰੀ ਆ, ਪਾਰਲੀਮੈਂਟ ਜਾਂ ਜੁਡੀਸ਼ਰੀ ਆ, ਐਗਜ਼ੀਕਿਊਟਿਵ, ਪਾਰਲੀਮੈਂਟ ਜਾਂ ਜੁਡੀਸ਼ਰੀ ਅਤੇ ਜੁਡੀਸ਼ਰੀ ਤਿੰਨੇ ਚੀਜ਼ਾਂ ਨੇ, ਜਾਂ ਜੁਡੀਸ਼ਰੀ ਓਨਲੀ ਆ। ਸੋ ਇਹਦਾ ਆਪਸ਼ਨਸ ਐਲੀਮੀਨੇਟ ਹੋ ਕੇ ਹੀ ਹੋ ਜਾਂਦਾ, ਪਾਰਲੀਮੈਂਟ ਕਲਾਸ ਦੇ ਵਿੱਚ ਤੁਹਾਡਾ ਕਵਰ ਹੋ ਜਾਂਦਾ ਹੈ। ਸੋ ਸੈਂਟਰ ਗੌਰਮੈਂਟ ਦਾ ਜਿਹੜਾ ਆਪਣਾ ਮੇਨ ਸੈਕਸ਼ਨ ਕੀ ਆ ਜੀ? ਆਪਣਾ ਐਗਜ਼ੀਕਿਊਟਿਵ ਕਾਰਜਕਾਰੀ ਵੀ ਹੁੰਦੀ ਆ, ਠੀਕ ਆ। ਸੰਸਦ, ਪਾਰਲੀਮੈਂਟ ਦਾ ਸਾਰਿਆਂ ਨੂੰ ਹੀ ਪਤਾ, ਠੀਕ ਆ। ਸੈਂਟਰ ਗੌਰਮੈਂਟ ਦੇ ਵਿੱਚ ਪਾਰਲੀਮੈਂਟ ਤਾਂ ਹੁੰਦੀ ਹੋਈ ਆ, ਨਾਲ ਜੁਡੀਸ਼ਰੀ, ਬਸ ਨਿਆਂਪਾਲਿਕਾ ਹੁੰਦੀ ਆ। ਬਹੁਤ ਸੌਖਾ ਕੁਐਸਚਨ ਸੀ, ਇਸ ਤੋਂ ਸੌਖਾ ਕੁਐਸਚਨ ਨਹੀਂ ਆ ਸਕਦਾ ਵਾ ਤੁਹਾਨੂੰ। ਨੈਕਸਟ ਆ ਗਿਆ, ਇਹ ਵੀ ਮੇਰਾ ਤੁਹਾਨੂੰ ਕਰਵਾਇਆ ਹੋਇਆ ਕਿ ਇਹਨਾਂ ਦੇ ਵਿੱਚੋਂ ਗੁਰਦੁਆਰਾ ਸੀਸਗੰਜ ਅਤੇ ਗੁਰਦੁਆਰਾ ਰਕਾਬਗੰਜ ਦਿੱਲੀ ਦੇ ਵਿੱਚ ਕਿਹਨੇ ਬਣਾਇਆ ਵਾ? ਸਰਦਾਰ ਰਣਜੀਤ ਸਿੰਘ, ਸਰਦਾਰ ਹਰੀ ਸਿੰਘ ਨਲੂਆ, ਜਾਂ ਆਪਣਾ ਬਾਬਾ ਬੰਦਾ ਸਿੰਘ ਬਹਾਦਰ ਜੀ, ਜਾਂ ਸਰਦਾਰ ਬਘੇਲ ਸਿੰਘ। ਸੋ ਪੰਜਾਬ ਜੀਕੇ ਦੀ ਕਲਾਸ ਦੇ ਵਿੱਚ ਇਹ ਚੰਗੀ ਤਰ੍ਹਾਂ ਕਰ ਲਿਓ, ਇਹ ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੁੰਦਾ ਇਹ ਕੁਐਸਚਨ ਕਿ ਗੁਰਦੁਆਰਾ ਸੀਸਗੰਜ ਤੇ ਗੁਰਦੁਆਰਾ ਰਕਾਬਗੰਜ ਦਿੱਲੀ ਦੇ ਵਿੱਚ ਕਿਹਨੇ ਬਣਵਾਈ ਸੀ? ਸਰਦਾਰ ਬਘੇਲ ਸਿੰਘ ਇਹਦਾ ਸਹੀ ਆਨਸਰ ਚਲਾ ਜਾਊਗਾ। ਨੈਕਸਟ ਕਰਦੇ ਹਾਂ, ਵੈਸਟਰਨ ਡਿਸਟਰਬੈਂਸ, ਠੀਕ ਹੈ ਜੀ। ਵੈਸਟਰਨ ਡਿਸਟਰਬੈਂਸ ਜਿਹੜੀ ਹੁੰਦੀ ਆ ਮਤਲਬ ਕਿ ਪੱਛਮੀ ਗੜਬੜੀ ਭੂਮੱਧ ਸਾਗਰ ਤੋਂ ਡੈਸ਼ ਤੱਕ ਵਗਦੀ ਆ। ਸਾਊਥ ਵੈਸਟ ਪਾਰਟ ਆਫ ਇੰਡੀਆ, ਸਾਊਥ ਨਾਰਥ ਪਾਰਟ ਆਫ ਇੰਡੀਆ, ਜਾਂ ਨਾਰਥ ਵੈਸਟ ਪਾਰਟ ਆਫ ਇੰਡੀਆ, ਜਾਂ ਈਸਟ ਵੈਸਟ ਪਾਰਟ ਆਫ ਇੰਡੀਆ। ਸੋ ਇਹ ਵੀ ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੁੰਦਾ। ਸੋ ਬਹੁਤ ਸੌਖਾ ਕੁਐਸਚਨ ਆ, ਠੀਕ ਹੈ ਜੀ। ਇਹ ਆ ਗਿਆ ਜੀ ਸਾਡਾ ਨਾਰਥ ਵੈਸਟਰਨ ਪਾਰਟ ਆਫ ਇੰਡੀਆ ਦੇ ਵਿੱਚ ਆਪਣੀ ਵਗਦੀ ਆ ਇਹ। ਤਾਂ ਇਹ ਹੁੰਦੀ ਕੀ ਆ ਵੈਸੇ ਐਕਚੁਅਲ ਦੇ ਵਿੱਚ? ਜਿਹੜੀ ਵੈਸਟਰਨ ਡਿਸਟਰਬੈਂਸ ਆਪਾਂ ਕਹਿ ਸਕਦੇ ਹਾਂ, ਜਿਹੜਾ ਸਰਦੀਆਂ ਦੇ ਵਿੱਚ ਮੀਂਹ ਪੈਂਦਾ ਹੁੰਦਾ ਨਾ ਜਨਵਰੀ ਦੇ ਵਿੱਚ, ਉਹਨੂੰ ਆਪਾਂ ਵੈਸਟਰਨ ਡਿਸਟਰਬੈਂਸ ਕਹਿ ਦਿੰਦੇ ਹਾਂ, ਠੀਕ ਆ। ਸੋ ਇਹ ਕਿੱਥੇ ਕਿੱਥੇ ਹੁੰਦੀ ਆ? ਜਿਹੜੇ ਨਾਰਥਰਨ ਵੈਸਟਰਨ ਪਾਰਟ ਆਫ ਇੰਡੀਆ ਦੇ ਵਿੱਚ ਹੁੰਦੀ ਆ। ਮੰਨ ਲਓ ਜਿਹਦੇ ਵਿੱਚ ਪੰਜਾਬ ਵੀ ਆ ਗਿਆ, ਹਰਿਆਣਾ ਵੀ ਹੋ ਗਿਆ, ਰਾਜਸਥਾਨ ਵੀ ਮੰਨ ਲਓ, ਦਿੱਲੀ ਵੀ ਹੋ ਗਿਆ। ਸੋ ਇਹ ਵਾਲੇ ਪਾਰਟ ਨੇ, ਇਹਨਾਂ ਦੇ ਵਿੱਚ ਆਪਣੇ ਹੁੰਦੀ ਆ, ਠੀਕ ਹੈ। ਨੈਕਸਟ ਕਰਦੇ ਹਾਂ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਜਿਹਨੂੰ ਕਿ ਆਪਾਂ DPSP ਵੀ ਕਹਿ ਦਿੰਦੇ ਹਾਂ। ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਇਨ ਦਾ ਇੰਡੀਅਨ ਕੰਸਟੀਟਿਊਸ਼ਨ ਆਰ ਟੇਕਨ ਫਰੋਮ ਵਿਚ ਆਫ ਦਾ ਫੋਲੋਇੰਗ ਕੰਟਰੀ? ਆਇਰਲੈਂਡ ਤੋਂ ਲਿਆ, ਰਸ਼ੀਆ ਤੋਂ ਲਿਆ, ਕੈਨੇਡਾ ਤੋਂ ਲਿਆ, ਜਾਂ ਬ੍ਰਿਟੇਨ ਤੋਂ ਲਿਆ ਵਾ? ਦੱਸੋ ਜੀ। ਇਹ ਕਿਸੇ ਦਾ ਵੀ ਗਲਤ ਨਹੀਂ ਹੋਣਾ ਚਾਹੀਦਾ। ਇਹ ਆਲਰੇਡੀ 2-3 ਵਾਰੀ ਤਾਂ ਆਪਾਂ PYQ ਸੀਰੀਜ਼ ਦੇ ਵਿੱਚ 2 ਵਾਰ ਰਿਪੀਟ ਹੋ ਚੁੱਕਿਆ ਇਹ ਕੁਐਸਚਨ, 2 ਵਾਰ ਰਿਪੀਟ ਹੋ ਚੁੱਕਿਆ। ਜਿਹੜੇ ਆਪਾਂ ਅਜੇ ਤੱਕ 11 ਕੀਤੇ ਨੇ ਨਾ ਆਪਣੇ ਪੇਪਰ, ਉਹਦੇ ਵਿੱਚ ਹੀ 12ਵੇਂ ਆਪਾਂ 12ਵਾਂ ਕਰ ਰਹੇ ਹਾਂ, ਇਹਦੇ ਵਿੱਚ ਹੀ 2 ਵਾਰ ਰਿਪੀਟ ਹੋ ਚੁੱਕਿਆ ਵਾ। ਮੈਂ ਤੁਹਾਨੂੰ ਕਰਵਾਇਆ ਹੋਇਆ ਬਹੁਤ ਚੰਗੀ ਤਰ੍ਹਾਂ, ਅਲੱਗ ਤੋਂ ਵੀ ਕਰਵਾਇਆ ਹੋਇਆ DPSP। ਬਿਲਕੁਲ ਸਹੀ ਜੀ। ਇਹਦਾ ਆਇਰਲੈਂਡ ਸਹੀ ਬਣਦਾ ਵਾ 93 ਦਾ। ਸੋ ਆਇਰਲੈਂਡ ਤੋਂ ਲਿਆ ਵਾ DPSP ਆਪਾਂ, ਠੀਕ ਆ, ਭਾਰਤੀ ਕਨਸਟੀਟਿਊਸ਼ਨ ਦੇ ਵਿੱਚ। ਹੁਣ DPSP ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦਾ ਵਾ, ਠੀਕ ਆ। ਜਿਹੜਾ ਆਇਰਲੈਂਡ ਆ, ਆਇਰਲੈਂਡ ਨੇ ਵੀ ਆਪਦਾ ਨਹੀਂ ਸੀ, ਇਹਨਾਂ ਨੇ ਵੀ ਕਾਪੀ ਕਿੱਥੋਂ ਕੀਤਾ? ਸਪੈਨਿਸ਼ ਕਨਸਟੀਟਿਊਸ਼ਨ ਤੋਂ ਕਾਪੀ ਕੀਤਾ ਵਾ ਨਾ। ਹੁਣ DPSP ਕਿੱਥੇ ਦਰਜ ਆ ਆਪਣੇ ਪਾਰਟ? ਕਈ ਵਾਰ ਪੇਪਰ ਦੇ ਵਿੱਚ ਆਉਂਦਾ ਕਿ DPSP ਕਿਹੜੇ ਪਾਰਟ 'ਚ ਦਰਜ ਆ? 4th ਪਾਰਟ ਦੇ ਵਿੱਚ ਆਪਣੇ ਸੰਵਿਧਾਨ ਦੇ ਵਿੱਚ ਦਰਜ ਆ। ਜੇਕਰ ਆਪਾਂ ਨੂੰ ਆਰਟੀਕਲ ਪੁੱਛਣ ਕਿ ਆਰਟੀਕਲ ਕਿਹੜੇ ਤੋਂ ਕਿਹੜੇ ਦੇ ਵਿੱਚ ਦਰਜ ਆ, 36 ਤੋਂ 51 ਨੰਬਰ ਆਰਟੀਕਲ ਦੇ ਵਿੱਚ DPSP ਦਰਜ ਆ ਪਾਰਟ 4 ਦੇ ਵਿੱਚ, ਠੀਕ ਆ। ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦੀ ਇੱਕ ਪੂਰੀ ਕਲਾਸ ਆ, 30-35 ਮਿੰਟ ਦੀ ਕਲਾਸ ਹੋਊਗੀ। ਤੁਸੀਂ YouTube ਤੇ ਜਾ ਕੇ ਆਪਣੀ ਦੇਖ ਸਕਦੇ ਹੋ, ਪੋਲਿਟੀ ਦੀ ਜੋ ਆਪਣੀ ਪਲੇਲਿਸਟ ਬਣੀ ਹੋਈ ਆ, ਉਹਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਕਿੰਨੇ ਨੰਬਰ ਲੈਕਚਰ ਆ। ਬਹੁਤ ਚੰਗੀ ਤਰ੍ਹਾਂ ਆਪਾਂ ਕਰਵਾਇਆ ਹੋਇਆ ਇਕੱਲਾ ਪਾਰਟ।
ਇਹਨਾਂ ਦੇ ਵਿੱਚ ਦੱਸੋ ਜੀ ਮਸ਼ਹੂਰ ਸ਼ਾਇਰੀ ਲਿਖੀ ਆ ਮੱਕੇ ਗਏ ਗੱਲ ਮੁੱਕਦੀ ਨਹੀਂ, ਇਹ ਕਿਹਨੇ ਲਿਖੀ ਆ? ਨੁਸਰਤ ਫਤਿਹ ਅਲੀ ਖਾਨ ਨੇ, ਬੁੱਲੇ ਸ਼ਾਹ ਨੇ, ਨਰਿੰਦਰ ਚੰਚਲ ਨੇ ਜਾਂ ਗੁਰਦਾਸ ਮਾਨ ਨੇ? ਇਹ ਵੀ ਮੇਰਾ ਤੁਹਾਨੂੰ ਪੰਜਾਬ ਦੇ ਲਿਟਰੇਚਰ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਕਰਵਾਇਆ ਹੋਇਆ ਵਾ, ਕੱਲੇ ਜਿਹੜੇ ਆਪਣੇ ਠੀਕ ਆ ਪੋਇਟਰੀ ਜਿਹੜੇ ਹੋ ਗਏ, ਸਾਰਾ ਕੁਝ ਆਪਾਂ ਕੀਤਾ ਹੋਇਆ ਵਾ ਚੰਗੀ ਤਰ੍ਹਾਂ ਪੰਜਾਬ ਦੇ ਸਾਹਿਤ ਦੇ ਵਿੱਚ। ਸੋ ਜੇਕਰ ਤੁਸੀਂ ਉਹ ਕਲਾਸ ਦੇਖੀ ਆ ਤਾਂ ਇਹ ਬਿਲਕੁਲ ਸਹੀ ਜਾਊਗਾ। ਬੁੱਲੇ ਸ਼ਾਹ ਨੇ ਲਿਖੀ ਆ ਜੀ ਇਹ ਪੋਇੰਟ, ਤੇ ਇਹ ਕਿਹੜੀ ਆ? ਮੱਕੇ ਗਏ ਗੱਲ ਮੁੱਕਦੀ ਨਹੀਂ, ਬਹੁਤ ਵਾਰ ਰਿਪੀਟ ਹੋਇਆ ਪੇਪਰ 'ਚ, ਠੀਕ ਹੈ ਜੀ, ਸਟਾਰ ਮਾਰਕ ਲਾ ਲਓ ਇਹਨੂੰ। ਹੁਣ ਜੀ ਟਰਮ ਜਿਹੜੀ ਹੁੰਦੀ ਆ ਇਕੁਅਲ ਪੇ ਇਕੁਅਲ ਵਰਕ ਇਜ਼ ਰਿਲੇਟਡ ਟੂ ਕਿਰਤ ਕਾਨੂੰਨ ਅਤੇ ਕਾਨੂੰਨੀ ਵਿਵਸਥਾ ਦੇ ਵਿੱਚ ਆ ਰਾਜ ਸਰਕਾਰ ਦੁਆਰਾ ਬਿੱਲ ਪਾਸ ਕਰਨਾ ਵਾ, ਕੀ ਚੀਜ਼ ਆ ਮਤਲਬ ਇਹ? ਇਕੁਅਲ ਪੇ ਇਕੁਅਲ ਵਰਕ। ਡਾਇਰੈਕਟਿਵ ਪ੍ਰਿੰਸੀਪਲ ਨੇ ਜਾਂ ਫੰਡਾਮੈਂਟਲ ਰਾਈਟਸ ਨੇ ਕੀਤਾ ਹੋਇਆ ਜੀ ਇਹ ਵੀ ਆਪਣਾ? ਬਿਲਕੁਲ ਸਹੀ ਹੈ, ਡਾਇਰੈਕਟਿਵ ਪ੍ਰਿੰਸੀਪਲ ਦੇ ਵਿੱਚ ਨਿਰਦੇਸ਼ਕ ਸਿਧਾਂਤ ਦੇ ਵਿੱਚ ਦਰਜ ਹੈ ਇਕੁਅਲ ਪੇ ਇਕੁਅਲ ਵਰਕ, ਠੀਕ ਹੈ। ਨਾ ਤਾਂ ਇਹ ਆਪਣਾ, ਨਾ ਇਹ ਆ, ਨਾ ਇਹ ਆ, ਠੀਕ ਆ। ਸੋ ਜਾ ਕੇ ਤੁਸੀਂ ਆਪਣੀ DPSP ਦੀ ਕਲਾਸ ਦੇਖੋਗੇ, ਉਹਦੇ ਵਿੱਚ ਤੁਹਾਨੂੰ ਸਾਰਾ ਕਲੀਅਰ ਹੋ ਜਾਊਗਾ। ਵੈਕੈਂਸੀ ਆਫ ਦਾ ਆਫਿਸ ਆਫ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਮਸਟ ਬੀ ਫਿਲਡ ਬਾਏ ਦਿਨ। ਮੰਨ ਲਓ ਕਿ ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਦੀ ਖਾਲੀ ਥਾਂ ਰਹਿ ਗਈ, ਤਾਂ ਉਹਨੂੰ ਕਿੰਨੇ ਟਾਈਮ ਦੇ ਅੰਦਰ ਭਰਿਆ ਜਾ ਸਕਦਾ? 90 ਦਿਨ, 6 ਮਹੀਨੇ, 1 ਸਾਲ ਜਾਂ ਵਿਦਿਨ ਦੀ ਪੀਰੀਅਡ ਡਿਸਾਈਡਡ ਬਾਏ ਦਾ ਪਾਰਲੀਮੈਂਟ। ਦੱਸੋ ਜੀ, ਕੀਤਾ ਹੋਇਆ, ਇਹ ਵੀ ਆਪਾਂ ਕੀਤਾ ਹੋਇਆ ਜੀ। ਸੋ ਇਹਦੇ ਵਿੱਚ ਤੁਸੀਂ ਮੋਸਟ ਆਫ ਦੀ ਕੁਐਸਚਨ ਜਿਹੜੇ ਮੈਂ ਤੁਹਾਨੂੰ ਕਹਿਤਾ ਨਾ ਵੀ ਆਪਾਂ ਕੀਤੇ ਹੋਏ ਨੇ, ਉਹ 101% ਮੇਰੇ ਤੁਹਾਨੂੰ ਕਰਵਾਏ ਹੋਏ ਨੇ। 101% ਮੈਂ ਵੈਸੇ ਹੀ ਨਹੀਂ ਕਹਿ ਰਿਹਾ ਕਿ ਆਪਾਂ ਕੀਤੇ ਹੋਏ ਨੇ, ਜਿਹੜੇ ਮੈਂ ਤੁਹਾਨੂੰ ਕਹਿ ਰਿਹਾ ਕਿ ਹਾਂ ਆਪਾਂ ਕੀਤੇ ਹੋਏ ਨੇ, ਉਹ ਆਪਾਂ ਆਪਣੀਆਂ ਅਜੇ ਤੱਕ ਜਿੰਨੀਆਂ ਵੀ ਕਲਾਸਾਂ ਹੋਈਆਂ ਨੇ ਉਹਦੇ ਵਿੱਚ ਕੀਤੇ ਹੋਏ ਨੇ। ਤੇ ਮੈਂ ਪੂਰੀ ਸਟ੍ਰੈਸ ਦੇ ਕੇ ਤੁਹਾਨੂੰ ਕਰਵਾਏ ਹੋਏ ਆ ਕਿ ਆਹ ਵਾਲਾ ਕੁਐਸਚਨ ਆ, ਮੰਨ ਲਓ ਇੱਕ ਪੂਰਾ ਟੌਪਿਕ ਮੈਂ ਪੜ੍ਹਾ ਰਿਹਾ ਵਾਂ, ਪ੍ਰੈਜ਼ੀਡੈਂਟ ਦਾ ਟੌਪਿਕ ਪੜ੍ਹਾ ਰਿਹਾ, ਉਹਦੇ ਵਿੱਚ ਕੁਝ ਚੀਜ਼ਾਂ ਇਹ ਜਿਹੀਆਂ ਹੁੰਦੀਆਂ ਜਿਹੜੀਆਂ ਯਾਦ ਨਹੀਂ ਕਰਨੀਆਂ ਹੁੰਦੀਆਂ ਨੇ, ਉਹ ਜਸਟ ਆਪਣੀ ਜਰਨਲ ਨੌਲੇਜ ਲਈ ਹੁੰਦੀਆਂ। ਜਿਹੜਾ ਪੇਪਰ ਦੇ ਵਿੱਚ ਕੁਐਸਚਨ ਬਣਦਾ ਉਹ ਵੀ ਮੈਂ ਤੁਹਾਨੂੰ ਬਕਾਇਦਾ ਮੈਂ ਤੁਹਾਨੂੰ ਸਟ੍ਰੈਸ ਦੇ ਕੇ ਕਹਿੰਦਾ ਹੁੰਦਾ ਕਿ ਹਾਂ ਇਹ ਚੀਜ਼ ਨੂੰ ਸਟਾਰ ਮਾਰਕ ਕਰ ਲਓ, ਇਹ ਪੇਪਰ 'ਚ ਰਿਪੀਟ ਹੁੰਦਾ ਵਾ। ਸੋ ਇਹ ਉਹੀ ਚੀਜ਼ ਹੁੰਦੀ ਆ ਜਿਹੜੀ ਆ ਦੇਖ ਲਓ ਤੁਹਾਡੇ ਸਾਹਮਣੇ ਆਏ, ਮੇਰੇ ਵੱਲੋਂ ਕੋਈ ਐਡ ਨਹੀਂ ਕੀਤਾ ਹੋਇਆਗਾ। ਇਹ ਕੁਐਸਚਨ ਪੇਪਰ ਦੇ ਵਿੱਚ ਆਇਆ ਹੋਇਆ, PSSB ਦੇ ਅਜੇ ਤੱਕ ਆਪਾਂ 12 ਪੇਪਰ ਕਰ ਚੁੱਕੇ ਹਾਂ 2021 'ਚ। ਤੁਸੀਂ ਖੁਦ ਦੇਖ ਲਓ ਕਿ ਜਿਹੜੇ ਆਪਣੀਆਂ ਕਲਾਸਾਂ ਦੇ ਵਿੱਚ ਕੀਤੇ ਹੋਏ ਨੇ ਉਹਦੇ ਵਿੱਚੋਂ ਕਿੰਨੇ ਕੁਐਸਚਨ ਆ ਰਹੇ ਨੇ ਕਿ ਨਹੀਂ ਆ ਰਹੇ ਨੇ। ਤੇ ਉਹੀ ਕੁਐਸਚਨ ਤੁਸੀਂ ਦੇਖੋਗੇ ਆ ਰਹੇ ਹੋਣਗੇ ਜਿਹੜੇ ਕਿ ਮੈਂ ਤੁਹਾਨੂੰ ਬਾਰ-ਬਾਰ ਕਹਿਣਾ ਕਿ ਇਹ ਰਿਪੀਟਡ ਕੁਐਸਚਨ ਨੇ, ਇਹਨਾਂ ਨੂੰ ਚੰਗੀ ਤਰ੍ਹਾਂ ਰੱਟ ਲਓ, ਠੀਕ ਹੈ ਜੀ। ਸੋ ਇਹ ਵੈਕੈਂਸੀ ਜਿਹੜੀ ਹੁੰਦੀ ਆ ਆਪਣੀ ਪ੍ਰੈਜ਼ੀਡੈਂਟ ਦੀ ਮੰਨ ਲਓ ਫਿਲ ਕਰਨੀ ਹੋਵੇ, ਠੀਕ ਆ, ਤਾਂ ਇਹ 6 ਮਹੀਨੇ ਦੇ ਅੰਦਰ ਫਿਲ ਕਰਨੀ ਹੁੰਦੀ ਆ ਜੇਕਰ ਉਹਦੀ ਅਹੁਦੇ ਦੀ ਥਾਂ ਖਾਲੀ ਰਹਿ ਗਈ ਹੋਵੇ। ਇਹਨਾਂ ਦੇ ਵਿੱਚੋਂ ਦੱਸੋ ਜੀ ਕਿਹੜਾ ਆਰਟੀਕਲ ਆ ਇੰਡੀਅਨ ਕਨਸਟੀਟਿਊਸ਼ਨ ਦਾ ਜਿਹੜਾ ਕਿ ਇਲੈਕਸ਼ਨ ਕਮਿਸ਼ਨ ਦੇ ਨਾਲ ਸੰਬੰਧਿਤ ਆ? 345, 324, 321 ਜਾਂ 322? ਸੋ ਇਹ ਵਾਲਾ ਵਾ ਜਿਹੜਾ ਵੈਸੇ ਮੈਂ ਤੁਹਾਨੂੰ ਕਰਵਾਇਆ ਹੋਇਆ, ਅਲੱਗ ਤੋਂ ਮੈਂ ਤੁਹਾਨੂੰ ਟੌਪਿਕ ਨਹੀਂ ਅਜੇ ਤੱਕ ਇਲੈਕਸ਼ਨ ਕਮਿਸ਼ਨ ਕਰਵਾਇਆ, ਕਿਉਂਕਿ ਆਪਣੀ ਕਨਸਟੀਟਿਊਸ਼ਨਲ ਬੋਡੀ ਆਫ ਇੰਡੀਆ ਅਗਰ ਆਪਾਂ ਗੱਲ ਕਰੀਏ ਤਾਂ ਇਹਦੀ ਆਪਣੀ 27 ਨੰਬਰ ਕਲਾਸ ਪੋਲਿਟੀ ਹੋਊਗੀ। 26 ਨੰਬਰ ਜਾਂ 27 ਨੰਬਰ ਕਲਾਸ ਆਪਣੀ ਪੋਲਿਟੀ ਦੀ ਮੇਰੀ ਕੀਤੀ ਹੋਈ ਆ, ਠੀਕ ਆ। ਸੋ ਇਹ ਲਿਖਿਆ ਹੋਇਆ ਵਾ, ਕੋਈ ਦਿੱਕਤ ਵਾਲੀ ਗੱਲ ਨਹੀਂ, ਇਹ ਵੀ ਆਪਾਂ ਟੌਪਿਕ ਕਰਾਂਗੇ। ਪਰ ਇਹਦੇ ਵਿੱਚੋਂ ਇਹ ਚੀਜ਼ ਮੈਂ ਤੁਹਾਨੂੰ ਕਰਵਾਈ ਹੋਈ ਆ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਹ ਕਿਹਦੇ ਨਾਲ ਮਤਲਬ ਕਿੰਨੇ ਨੰਬਰ ਆਰਟੀਕਲ ਦੇ ਨਾਲ ਰਿਲੇਟਡ ਆ, ਇੱਦਾਂ ਹੀ ਕਰਵਾਇਆ ਹੋਇਆ ਜਿੱਦਾਂ ਕਿ ਮੈਂ ਤੁਹਾਨੂੰ ਕੋਈ ਵੀ ਟੌਪਿਕ ਚੱਕ ਲਿਆ ਉਹਦੇ ਵਿੱਚ ਕਰਵਾਇਆ ਹੋਇਆ ਤੁਹਾਨੂੰ ਕਿ ਕਿੰਨੇ ਦੇ ਨਾਲ ਤਾਲੁਕਾਤ ਰੱਖਦੀ ਆ। 324 ਨੰਬਰ ਆਰਟੀਕਲ ਆ ਜਿਹੜਾ ਕਿ ਰਿਲੇਟਡ ਆਪਣਾ ਚੋਣ ਕਮਿਸ਼ਨ ਆਫ ਇੰਡੀਆ ਦੇ ਨਾਲ। ਨੈਕਸਟ ਕਰਦੇ ਹਾਂ ਜੀ। ਹੁਣ ਜੀ ਪਰਪਸ ਦੱਸੋ ਜੀ, ਜਿਹੜੇ ਮਤਲਬ ਸੈਂਟਰਲ ਤੇ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਦਾ ਇਸ ਪ੍ਰੋਵਾਈਡਡ ਫੈਸਿਲਿਟੀ ਕਿਹੜੀ ਸਹੂਲਤ ਪ੍ਰਦਾਨ ਕਰਦੀ ਆ? ਡਿਸਟ੍ਰੀਬਿਊਸ਼ਨ ਆਫ ਗ੍ਰੇਨਸ, ਪਲਾਂਟੇਸ਼ਨ ਹੋ ਗਿਆ, ਸਟੋਰੇਜ ਹੋ ਗਿਆ ਜਾਂ ਐਗਰੀਕਲਚਰਲ ਟੂਲ ਹੋ ਗਿਆ? ਸੋ ਇਹਦਾ ਆਪਣਾ ਸਟੋਰੇਜ ਆ ਜਾਊਗਾ ਸਹੀ, ਠੀਕ ਆ। 98 ਦਾ C ਆਪਣਾ ਸਹੀ ਚਲਾਇਆ ਜਾਂਦਾ। ਆ ਦੇਖੋ ਜੀ, ਆ ਵੀ ਕੁਐਸਚਨ ਆਪਣਾ ਕੀਤਾ ਹੋਇਆ। ਚਿੱਟਾ ਲਹੂ ਕਿਹਨਾਂ ਨੇ ਲਿਖੀ ਹੋਈ ਆ? ਖੁਸ਼ਵੰਤ ਸਿੰਘ, ਨਾਨਕ ਸਿੰਘ, ਅੰਮ੍ਰਿਤਾ ਪ੍ਰੀਤਮ ਜਾਂ ਗੁਲਜ਼ਾਰ? ਆਪਣਾ ਤੁਸੀਂ ਜਾ ਕੇ ਲੈਕਚਰ ਦੇਖੋ ਪੰਜਾਬ ਦਾ ਸਾਹਿਤ, ਉਹਦੇ ਵਿੱਚ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਮਿਲਣਗੀਆਂ। ਨਾਨਕ ਸਿੰਘ ਨੇ ਚਿੱਟਾ ਲਹੂ ਲਿਖੀ ਆ, ਠੀਕ ਹੈ ਜੀ। ਨੈਕਸਟ ਕਰਦੇ ਹਾਂ। ਇਹਨਾਂ ਦੇ ਵਿੱਚੋਂ ਕੌਣ ਆ ਜਿਹਨੇ ਕਿ ਪਹਿਲੀ ਸੈਂਚਰੀ ਮਾਰੀ ਆ ਟੈਸਟ ਕ੍ਰਿਕਟ ਦੇ ਵਿੱਚ? ਟੈਸਟ ਮੈਚਾਂ ਦੇ ਵਿੱਚ ਪਹਿਲਾ ਸੈਂਕੜਾ ਕਿਹਨੇ ਲਾਇਆ ਭਾਰਤੀ ਕ੍ਰਿਕਟਰ? CK ਨਾਇਡੂ ਆ, ਆਪਣਾ ਸੁਨੀਲ ਗਾਵਸਕਰ ਆ, ਲਾਲਾ ਅਮਰਨਾਥ ਆ ਜਾਂ ਸਚਿਨ ਤੰਦੂਲਕਰ? ਬਹੁਤ ਵਾਰ ਰਿਪੀਟ ਹੋਇਆ ਕੁਐਸਚਨ। ਹੁਣੇ PSSB ਦੇਖੋ, ਹੁਣ ਇਹਨਾਂ ਨੇ ਨਾ 2 ਮਹੀਨੇ ਪਹਿਲਾਂ ਇੱਕ ਪੇਪਰ ਦੇ ਵਿੱਚ ਇਹ ਵਾਲੇ ਦੇ ਵਿੱਚ ਪੁੱਛਿਆ ਹੋਇਆ ਵਾ ਇਹਨਾਂ ਨੇ। ਦੇਖੋ ਹੁਣ ਇਹ ਫਾਇਦਾ ਹੁੰਦਾ ਵਾ ਜੇਕਰ ਤੁਸੀਂ ਆਪਣਾ ਇਹ ਕਲਾਸਾਂ ਦੇਖਦੇ ਹੋ, ਠੀਕ ਆ। ਇਹਦੇ ਵਿੱਚ ਮੈਂ ਤੁਹਾਨੂੰ ਐਡੀਸ਼ਨਲ ਫੈਕਟ ਜਿਹੜੇ ਦੱਸ ਰਿਹਾ। ਹੁਣ ਮੈਂ ਜ਼ਿਆਦਾਤਰ ਤੁਹਾਨੂੰ ਐਡੀਸ਼ਨਲ ਫੈਕਟ ਤਾਂ ਨਹੀਂ ਦੱਸ ਰਿਹਾ ਕਿਉਂਕਿ ਜਿਹੜੀਆਂ ਪਿਛਲੀਆਂ ਕਲਾਸਾਂ ਹੋਈਆਂ ਨੇ ਉਹਦੇ ਵਿੱਚ ਮੈਂ ਤੁਹਾਨੂੰ ਆਲਰੇਡੀ ਦੱਸਿਆ ਹੋਇਆ ਵਾ ਕਿ ਹਾਂ ਇਹਦੇ ਵਿੱਚੋਂ ਇਸ ਤਰ੍ਹਾਂ ਕੁਐਸਚਨ ਬਣ ਜੂਗਾ, ਤਾਂ ਤੁਸੀਂ ਧਿਆਨ ਨਾਲ ਦੇਖੋਗੇ ਕਿ ਉਹ ਅਗਲੇ ਪੇਪਰਾਂ ਦੇ ਵਿੱਚ ਉਹ ਵਾਲੇ ਕੁਐਸਚਨ ਬਣ ਰਹੇ ਹੋਣਗੇ, ਠੀਕ ਆ। ਸੋ ਇਹ ਫਾਇਦਾ ਹੁੰਦਾ ਵਾ। ਹੁਣ ਦੇਖੋ ਇਹਦੇ ਵਿੱਚ ਟੈਸਟ ਸੈਂਚਰੀ ਦੱਸੋ ਜੀ ਇੰਡੀਅਨ ਕ੍ਰਿਕਟ ਦੇ ਵਿੱਚ ਕਿਹਨੇ ਲਾਈ ਆ ਪਹਿਲਾਂ ਤੁਹਾਨੂੰ ਮੈਂ ਇਹਦਾ ਆਨਸਰ ਦੱਸ ਦਿੰਦਾ, ਲਾਲਾ ਅਮਰਨਾਥ। ਦੇਖੋ ਜੀ, ਇਹਨਾਂ ਨੇ ਇਹ ਕੁਐਸਚਨ ਪੁੱਛ ਲਿਆ ਹੋਇਆ ਵਾ ਜੇਲ੍ਹ ਵਾਰਡਨ ਦੇ ਪੇਪਰ ਦੇ ਵਿੱਚ, ਚੌਥੀ ਸ਼ਿਫਟ 'ਚ ਪੁੱਛ ਲਿਆ। ਉਦੋਂ 2-3 ਮਹੀਨੇ ਬਾਅਦ ਪੇਪਰ ਹੁੰਦਾ ਵਾ PSSB ਕਲਰਕ ਦਾ। PSSB ਕਲਰਕ ਦਾ ਪੇਪਰ ਹੁੰਦਾ, ਉੱਥੇ ਇਹਨਾਂ ਨੇ ਸੇਮ ਟੂ ਸੇਮ ਕੁਐਸਚਨ, ਆਪਸ਼ਨ ਵੀ ਨਹੀਂ ਚੇਂਜ ਕੀਤੇ ਹੋਏ, ਸੇਮ ਟੂ ਸੇਮ ਕੁਐਸਚਨ ਪਾਇਆ ਹੋਇਆ। ਸੋ ਤੁਸੀਂ ਦੇਖ ਸਕਦੇ ਹੋ ਕਿ ਜੇਕਰ ਤੁਸੀਂ ਆਪਣਾ ਥੋੜਾ ਜਿਹਾ ਵੀ ਇਹਨੂੰ ਚੰਗੀ ਤਰ੍ਹਾਂ ਵੀ PYQ ਨੂੰ ਚੰਗੀ ਤਰ੍ਹਾਂ ਕਰਕੇ
ਚੰਗੀ ਤਰ੍ਹਾਂ ਤੁਸੀਂ PYQ ਕਰੋਗੇ ਤੇ ਉਹਦੇ ਨਾਲ ਜਿਹੜੀਆਂ ਹੋਰ ਕੀ ਆਪਸ਼ਨਸ ਬਣ ਸਕਦੀਆਂ, ਹੋਰ ਕੀ ਉਸ ਟੌਪਿਕ 'ਚੋਂ ਬਣ ਸਕਦਾ, ਉਹ ਚੰਗੀ ਤਰ੍ਹਾਂ ਕਰ ਦੋਗੇ ਤਾਂ ਤੁਹਾਡੀ 30 ਤੋਂ 40% ਤੁਹਾਡੀ ਜੀਕੇ ਤਾਂ ਇੱਦਾਂ ਹੀ ਕਵਰ ਹੋ ਜੂਗੀ, ਠੀਕ ਆ। ਪਰ ਵਿਦ ਐਕਸਪਲੇਨੇਸ਼ਨ ਕਰਨਾ ਪੈਣਾ, ਇੱਦਾਂ ਨਹੀਂ ਕਿ ਜੇ ਤੁਸੀਂ ਆਹ ਚੀਜ਼ ਪੜ੍ਹ ਲਈ ਤਾਂ ਸਿਰਫ ਇਹਦੇ ਵਿੱਚੋਂ ਡਾਇਰੈਕਟ ਇੱਦਾਂ ਦੇ ਕੁਐਸਚਨ ਆ ਸਕਦੇ ਨੇ, ਡਾਇਰੈਕਟ ਵੀ ਆਉਂਦੇ ਨੇ, ਪਰ ਨਾਲ ਤੁਹਾਨੂੰ ਪੂਰਾ ਟੌਪਿਕ ਕਰਨਾ ਪੈਣਾ ਵਾ, ਠੀਕ ਆ ਜੀ। ਇਹਦੇ ਨਾਲ ਆਪਾਂ ਨੂੰ ਆਈਡੀਆ ਲੱਗਦਾ ਕਿ ਹਾਂ ਵੀ ਆਹ ਕੁਐਸਚਨ ਬਣਦੇ ਨੇ। ਹੁਣ ਇੱਕ ਚੀਜ਼ ਤੁਸੀਂ ਹੋਰ ਦੱਸਣੀ ਆ ਕਿ ਵਨਡੇ ਕ੍ਰਿਕਟ ਦੇ ਵਿੱਚ, ਇਹ ਵੀ ਮੈਂ ਤੁਹਾਨੂੰ 3-4 ਵਾਰੀ ਕਰਵਾਇਆ ਹੋਇਆ ਵਾ, ਵਨਡੇ ਕ੍ਰਿਕਟ ਦੇ ਵਿੱਚ ਭਾਰਤ ਵੱਲੋਂ ਪਹਿਲੀ ਸੈਂਚੁਰੀ ਕਿਹਨੇ ਲਾਈ ਆ। ਇੱਕ ਕੁਐਸਚਨ ਤੁਹਾਡਾ ਇਹ ਆ, T20 ਕ੍ਰਿਕਟ ਦੇ ਵਿੱਚ ਭਾਰਤ ਵੱਲੋਂ ਪਹਿਲੀ ਸੈਂਚੁਰੀ ਕਿਹਨੇ ਲਾਈ ਆ। ਕਮੈਂਟ ਬਾਕਸ ਦੇ ਵਿੱਚ ਆਨਸਰ ਦੇਣਾ ਵਾ ਤੁਸੀਂ। ਬਹੁਤ ਵਾਰ ਕਰਾਇਆ ਹੋਇਆ ਮੈਂ, ਇਸੇ ਆਪਣੀ PYQ ਸੀਰੀਜ਼ ਦੇ ਵਿੱਚ ਹੀ ਮੈਂ 2-3 ਵਾਰੀ ਕਰਵਾ ਚੁੱਕਿਆ ਤੁਹਾਨੂੰ। ਟਰਮ ਬੁੱਲੀ ਆ ਜਿਹੜੀ, ਉਹ ਕਿਹੜੀ ਸਪੋਰਟ ਦੇ ਨਾਲ ਰਿਲੇਟਡ ਆ। ਕ੍ਰਿਕਟ, ਤੈਰਾਕੀ, ਹਾਕੀ ਜਾਂ ਟੈਨਿਸ। ਸੋ ਇਹ ਸਟੈਟਿਕ ਜੀਕੇ ਦਾ ਕੁਐਸਚਨ ਆ। ਜਦੋਂ ਆਪਾਂ ਟਰਮਸ ਕਰਾਂਗੇ ਨਾ, ਸੋ ਟਰਮਸ ਦੇ ਵਿੱਚ ਆਪਣੀ ਸਪੋਰਟਸ ਟਰਮਸ ਦੇ ਵਿੱਚ ਇਹ ਸਾਰਾ ਕਵਰ ਹੋ ਜਾਊਗਾ, ਠੀਕ ਹੈ। ਅਜੇ ਫਿਲਹਾਲ ਆਪਾਂ ਨਹੀਂ ਕਰਵਾਇਆ ਗਾ ਇਹ, ਕਿਉਂਕਿ ਇਹ ਕਲਾਸ ਅਜੇ ਤੱਕ ਆਪਣੀ ਨਹੀਂ ਹੋਏਗੀ। ਸੋ ਜਿਹੜੀ ਬੁੱਲੀ ਟਰਮ ਹੈ ਨਾ, ਬੁੱਲੀ ਟਰਮ, ਇਹ ਕਿਹਦੇ ਨਾਲ ਰਿਲੇਟਡ ਆ, ਹਾਕੀ ਦੇ ਨਾਲ ਰਿਲੇਟਡ ਆ। ਸੋ ਇਹ ਆਪਾਂ ਸਾਰੀਆਂ ਟਰਮਾਂ ਕਰਾਂਗੇ ਕਿ ਗੂਗਲੀ ਕਿਹਦੇ ਨਾਲ ਰਿਲੇਟਡ ਆ, ਸਾਰਾ ਕੁਝ ਆਪਾਂ ਡਿਟੇਲ ਦੇ ਵਿੱਚ ਕਰਾਂਗੇ। ਸੋ ਪੇਪਰ ਦੇ ਵਿੱਚ ਇਹ ਚੀਜ਼ਾਂ ਰਿਪੀਟਡ ਹੁੰਦੀਆਂ ਨੇ ਵੀ ਇਹ ਚੀਜ਼ ਕਿਹਦੇ ਨਾਲ ਰਿਲੇਟ ਆ। ਵਿਚ ਆਫ ਦਾ ਫੋਲੋਇੰਗ ਡਜ਼ ਨਾਟ ਕਮ ਅੰਡਰ ਦਾ ਰਿਸਪੌਂਸਿਬਿਲਿਟੀ, ਰੋਲਸ ਐਂਡ ਰਿਸਪੌਂਸਿਬਿਲਿਟੀ ਆਫ ਦਾ ਗੌਰਮੈਂਟ। ਗੌਰਮੈਂਟ ਦਾ ਮਤਲਬ ਜਿਹੜੀ ਰਾਜ ਸਰਕਾਰ ਆ, ਠੀਕ ਹੈ ਜੀ। ਇੱਥੇ ਸਟੇਟ ਗੌਰਮੈਂਟ ਮਿਟਿਆ, ਰਾਜ ਸਰਕਾਰ ਦੀਆਂ ਭੂਮਿਕਾਵਾਂ ਪੁੱਛੀਆਂ ਤੇ ਅਧੀਨ ਕਿਹੜੀ ਚੀਜ਼ ਨਹੀਂ ਹੁੰਦੀ। ਇੰਟਰਨਲ ਸਿਕਿਉਰਿਟੀ, ਐਜੂਕੇਸ਼ਨ, ਐਗਰੀਕਲਚਰ ਜਾਂ ਡਿਫੈਂਸ। ਦੱਸੋ ਜੀ। ਸੋ ਬਿਲਕੁਲ ਸਹੀ ਜੀ। ਆਪਣੀ ਅੰਦਰੂਨੀ ਸੁਰੱਖਿਆ ਤਾਂ ਕਰਨੀ ਆ ਰਾਜ ਸਰਕਾਰ ਨੇ, ਐਜੂਕੇਸ਼ਨ ਵੀ ਪ੍ਰੋਵਾਈਡ ਕਰਨੀ ਆ, ਖੇਤੀਬਾੜੀ ਦਾ ਤੇ ਵੀ ਇਹਨਾਂ ਰੋਲਸ ਐਂਡ ਰਿਸਪੌਂਸਿਬਿਲਿਟੀ। ਪਰ ਡਿਫੈਂਸ ਆ ਜਿਹੜਾ ਨਾ, ਡਿਫੈਂਸ ਇਹ ਆਪਣਾ ਕੇਂਦਰ ਸਰਕਾਰ ਦੇ ਹੱਥ ਆ, ਠੀਕ ਆ। ਸੈਂਟਰ ਗੌਰਮੈਂਟ ਦੇ ਹੱਥ ਆ ਜਿਹੜਾ ਡਿਫੈਂਸ ਡਿਪਾਰਟਮੈਂਟ ਆ। ਸੋ ਇਹਦੇ ਵਿੱਚ ਨਾ ਆਹ ਵਾਲੀ ਜਿਹੜੀ ਚੀਜ਼ ਆਪਣੀ, ਇਹਦੀ ਮੈਂ ਇੱਕ ਨਿੱਕੀ ਜਿਹੀ ਕਲਾਸ ਤੁਹਾਡੇ ਲਈ ਮੇਰੀ ਰੱਖੀ ਹੋਈ ਆ ਸਾਈਡ ਦੇ ਉੱਤੇ, ਮਤਲਬ ਆਲਰੇਡੀ ਤਿਆਰ ਪਈ ਆ ਉਹ ਕਲਾਸ, ਤੇ ਉਹ ਮੈਂ ਤੁਹਾਨੂੰ ਕਰ ਦਾਂਗਾ। ਤੇ ਜਿਹਦੇ ਵਿੱਚ ਕਿ ਹੁੰਦਾ ਵਾ ਕਿ ਸਟੇਟ ਲਿਸਟ ਦੇ ਵਿੱਚ ਕਿਹੜੀ ਚੀਜ਼ ਹੁੰਦੀ ਆ, ਸੈਂਟਰ ਲਿਸਟ ਦੇ ਵਿੱਚ ਕਿਹੜੀ ਚੀਜ਼ ਹੁੰਦੀ ਆ, ਤੇ ਇੱਕ ਕਨਕਰੈਂਟ ਲਿਸਟ ਹੁੰਦੀ ਆ, ਠੀਕ ਆ। ਜਿਹਦੇ ਵਿੱਚ ਕਿ ਉਹਦੇ ਨਾਲ ਰਿਲੇਟਡ ਸਟੇਟ ਵੀ ਉਹਦੇ ਰਿਲੇਟਡ ਕਾਨੂੰਨ ਬਣਾ ਸਕਦੀ ਹੁੰਦੀ ਆ ਤੇ ਸੈਂਟਰ ਵੀ ਬਣਾ ਸਕਦੀ ਆ। ਸੋ ਇਹ ਆਪਣੀ ਸਟੇਟ ਲੈਜਿਸਲੇਚਰ ਹੁਣ ਆਪਣਾ ਖਤਮ ਹੋ ਗਿਆ ਵਾ। ਸੋ ਇੱਕ 10-15 ਮਿੰਟ ਦੀ ਕਲਾਸ ਆ, ਕੋਈ ਵੱਡੀ ਕਲਾਸ ਨਹੀਂ। ਉਹ ਮੈਂ ਤੁਹਾਨੂੰ ਇਸ ਵੀਕ ਜਾਂ ਨੈਕਸਟ ਵੀਕ ਦੇ ਸਟਾਰਟਿੰਗ ਦੇ ਵਿੱਚ ਤੁਹਾਨੂੰ ਕਲਾਸ ਇਹੋ ਦੇ ਦਿਆਂਗਾ, ਠੀਕ ਆ। ਆਲਰੇਡੀ ਮੇਰੀ ਤਿਆਰ ਪਈ ਆ ਕਲਾਸ। ਉਹ ਨੈਕਸਟ ਆਪਾਂ ਕਰਦੇ ਹਾਂ ਜੀ। ਇਹਨਾਂ ਦੇ ਵਿੱਚੋਂ ਕਿਹੜੀ ਡਿਸੀਜ਼ ਆ ਜਿਹੜੀ ਕਿ ਪ੍ਰੀਵੈਂਟ ਕਰਦੀ ਆ BCG ਵੈਕਸੀਨ, ਠੀਕ ਆ। BCG ਵੈਕਸੀਨ ਜਿਹੜੀ ਕਿਹੜੀ ਬਿਮਾਰੀਆਂ ਦੇ ਟੀਕੇ ਵਜੋਂ ਲਗਾਈ ਜਾਂਦੀ ਹੈ। TB, COVID-19, ਸਮਾਲਪੌਕਸ ਜਾਂ ਟਾਈਫਾਈਡ। ਦੱਸੋ ਜੀ। ਬਿਲਕੁਲ ਸਹੀ ਹੈ, TB ਲਈ BCG ਵੈਕਸੀਨ ਲਗਾਈ ਜਾਂਦੀ ਹੈ, ਠੀਕ ਆ। ਨੈਕਸਟ ਕਰਦੇ ਹਾਂ। ਇਹਨਾਂ ਦੇ ਵਿੱਚੋਂ ਕਿਹੜੀ ਆ ਜਿਹਨਾਂ ਨੇ ਕਿ 2 ਫਿਲਮਾਂ ਬਣਾਈਆਂ ਨੇ। ਇਹਨਾਂ ਦੇ ਵਿੱਚੋਂ ਕੌਣ ਆ ਜਿਹਨੇ 2 ਫਿਲਮਾਂ ਬਣਾਈਆਂ, ਕਾਫਲਾ ਤੇ ਹਵਾਈ। ਅਮਿਤੋਜ ਮਾਨ, ਕਰਨ ਔਜਲਾ, ਨਿਧੀ ਸ਼ਰਮਾ ਜਾਂ ਸੋਨੀਆ ਆਨੰਦ। ਬਹੁਤ ਸੌਖਾ ਕੁਐਸਚਨ ਆ ਮੇਰੇ ਅਕੋਰਡਿੰਗ। ਇਹ ਸਾਰਿਆਂ ਦਾ 100% ਹਰੇਕ ਕੈਂਡੀਡੇਟ ਦਾ ਇਹ ਸਹੀ ਹੋਊਗਾ ਕੁਐਸਚਨ ਮੂਵੀਜ਼ ਦਾ। ਬਿਲਕੁਲ ਸਹੀ ਜੀ। ਅਮਿਤੋਜ ਮਾਨ ਨੇ, ਜਿਨ੍ਹਾਂ ਨੇ ਕਿ ਕਾਫਲਾ ਵੀ ਬਣਾਈ ਆ ਤੇ ਹਵਾਈ ਵੀ ਬਣਾਈ ਆ, ਠੀਕ ਹੈ ਜੀ। ਨੈਕਸਟ ਕਰਦੇ ਹਾਂ। ਪੰਜਾਬ ਯੂਨੀਵਰਸਿਟੀ ਪਟਿਆਲਾ ਵਾ ਜਿਹੜੀ, ਉਹ ਕਦੋਂ ਸਟੈਬਲਿਸ਼ ਹੋਈ ਸੀ। 1962 'ਚ, 1956 'ਚ, 1975 ਜਾਂ 1982। ਦੱਸੋ ਜੀ। ਬਿਲਕੁਲ ਸਹੀ ਜੀ। 1962 ਦੇ ਵਿੱਚ ਸਟੈਬਲਿਸ਼ ਹੋਈ ਸੀ ਜਿਹੜੀ ਆਪਣੀ ਪੰਜਾਬ ਯੂਨੀਵਰਸਿਟੀ ਆ। ਨੈਕਸਟ ਆਪਾਂ ਕਰਦੇ ਹਾਂ। ਇਨ ਵਿਚ ਸਿਟੀ ਡੂਰੈਂਟ ਕੱਪ ਵਾਜ਼ ਹੈਲਡ ਫਸਟ ਟਾਈਮ। ਅੰਮ੍ਰਿਤਸਰ, ਕਲਕੱਤਾ, ਸ਼ਿਮਲਾ ਜਾਂ ਦਿੱਲੀ। ਪਹਿਲੀ ਵਾਰ ਪੁੱਛਿਆ ਉਹਨਾਂ ਨੇ, ਠੀਕ ਆ। ਸੋ ਇਹ ਫੁੱਟਬਾਲ ਨਾਲ ਰਿਲੇਟਡ ਕੱਪ ਆ, ਠੀਕ ਹੈ। ਇੱਕ ਚੀਜ਼ ਯਾਦ ਰੱਖਣੀ ਆ, ਜਦੋਂ ਆਪਾਂ ਸਟੈਟਿਕ ਜੀਕੇ ਦੇ ਵਿੱਚ ਇਹ ਟੌਪਿਕ ਆਊਗਾ ਆਪਣਾ ਫੁੱਟਬਾਲ, ਠੀਕ ਆ, ਸਪੋਰਟਸ ਦੇ ਵਿੱਚ, ਉਹਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਕਰਵਾ ਦਾਂਗਾ। ਫੁੱਟਬਾਲ ਨਾਲ ਰਿਲੇਟਡ ਕੱਪ ਤਾਂ 1888 ਈਸਵੀ ਦੇ ਵਿੱਚ ਇਹ ਸਟਾਰਟ ਹੋਇਆ ਸੀ, ਇਹ ਵਾਲਾ ਕੱਪ, ਠੀਕ ਆ। ਸੋ ਇਹ ਵਾਲਾ ਓਲਡੈਸਟ ਕੱਪ ਆ ਇਹ ਏਸ਼ੀਆ ਦਾ। ਅੰਮ੍ਰਿਤਸਰ, ਕਲਕੱਤਾ, ਸ਼ਿਮਲਾ ਜਾਂ ਦਿੱਲੀ। ਦੱਸੋ ਜੀ। ਇਹ ਸ਼ਿਮਲਾ ਦੇ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ ਸੀ 1888 'ਚ। ਸੋ ਹੁਣ ਰੀਸੈਂਟਲੀ 2021 ਦੇ ਵਿੱਚ ਇਹਦਾ 130ਵਾਂ ਐਡੀਸ਼ਨ ਹੋਇਆ ਸੀਗਾ, ਠੀਕ ਆ ਜੀ। ਸੋ ਹੁਣ 2022 'ਚ ਜੋ ਹੋਊਗਾ ਉਹ ਆਪਾਂ ਦੇਖ ਲਾਂਗੇ ਕਿ ਉਹਦਾ ਕੀ ਬਣੂਗਾ, ਜਦੋਂ ਆਪਾਂ ਸਟੈਟਿਕ ਜੀਕੇ 'ਚ ਮੈਂ ਤੁਹਾਡਾ ਨਾਲ ਕਰੰਟ ਵੀ ਕਵਰ ਕਰਾਈ ਜਾਊਂਗਾ। ਨੈਕਸਟ ਆ ਗਿਆ ਜੀ। ਇਹਨਾਂ ਦੇ ਵਿੱਚ ਦੱਸੋ ਜੀ। ਪੋਰਟ ਇਜ਼ ਰੀਨੇਮਡ, ਇਹਨਾਂ 'ਚੋਂ ਕਿਹੜਾ ਪੋਰਟ ਆ ਜਿਹਨੂੰ ਕਿ ਸਾਮਾ ਪ੍ਰਸਾਦ ਮੁਖਰਜੀ ਪੋਰਟ ਰੱਖਦਾ। ਕਲਕੱਤਾ, ਮੁੰਬਈ, ਚੇਨਈ ਜਾਂ ਕਾਂਡਲਾ। ਸ਼ਾਮਾ ਪ੍ਰਸਾਦ ਮੁਖਰਜੀ ਪੋਰਟ, ਠੀਕ ਆ ਜੀ। ਦੱਸਣਾ ਜੀ ਤੁਸੀਂ ਇਹਦਾ ਵਿੱਚੋਂ ਕਿਹੜਾ ਆਨਸਰ ਇਹਦਾ ਸਹੀ ਬਣੇਗਾ। ਕਲਕੱਤਾ ਪੋਰਟ ਆ ਜਿਹਦਾ ਨਾਮ ਕਿ ਚੇਂਜ ਕਰਕੇ ਇਹਨਾਂ ਨੇ ਸਾਮਾ ਪ੍ਰਸਾਦ ਮੁਖਰਜੀ ਪੋਰਟ ਰੱਖ ਦਿੱਤਾ। ਯੂਨੀਅਨ ਕੌਂਸਲ ਆਫ ਮਿਨਿਸਟਰ 'ਚ ਕੌਣ-ਕੌਣ ਸ਼ਾਮਲ ਹੁੰਦੇ ਨੇ। ਮੇਰਾ ਤੁਹਾਨੂੰ ਬਹੁਤ ਡਿਟੇਲ ਦੇ ਵਿੱਚ ਕਰਵਾਇਆ ਹੋਇਆ, ਸੋ ਇਹ ਬਾਰ-ਬਾਰ ਮੈਂ ਤੁਹਾਨੂੰ ਐਕਸਪਲੇਨ ਨਹੀਂ ਕਰੂੰਗਾ। ਕੈਬਨਿਟ ਮਿਨਿਸਟਰ ਜਾਂ ਚੀਫ ਮਿਨਿਸਟਰ ਆਫ ਸਟੇਟ, ਵਾਈਸ ਪ੍ਰੈਜ਼ੀਡੈਂਟ, ਕੈਬਨਿਟ ਮਿਨਿਸਟਰ, ਮਿਨਿਸਟਰੀ ਆਫ ਸਟੇਟ ਜਾਂ ਡੈਪੂਟੀ ਮਿਨਿਸਟਰ। ਬਹੁਤ ਸੌਖਾ ਕੁਐਸਚਨ ਆ। ਡੀ ਇਹਦਾ ਆਨਸਰ ਬਿਲਕੁਲ ਸਹੀ ਹੋਊਗਾ। ਕੈਬਨਿਟ ਯੂਨੀਅਨ ਕੌਂਸਲ ਆਫ ਮਿਨਿਸਟਰ ਆਰਟੀਕਲ 74 ਦੇ ਵਿੱਚ ਇਹ ਚੀਜ਼ ਦਰਜ ਆ, ਠੀਕ ਆ, ਆਪਣੇ ਸੰਵਿਧਾਨ ਦੇ। ਸੋ ਇਹਦੇ ਵਿੱਚ ਕੈਬਨਿਟ ਮਿਨਿਸਟਰ ਹੋ ਗਏ, ਮਿਨਿਸਟਰੀ ਆਫ ਸਟੇਟ ਹੋ ਗਏ ਤੇ ਡੈਪੂਟੀ ਮਿਨਿਸਟਰ ਹੁੰਦੇ ਨੇ। ਸੋ ਇਹਨਾਂ ਦਾ ਹੈੱਡ ਕੌਣ ਹੁੰਦਾ ਕੈਬਨਿਟ ਦਾ। ਸੋ ਇਹ ਹੁੰਦਾ ਆਪਣਾ ਪ੍ਰਾਈਮ ਮਿਨਿਸਟਰ, ਪ੍ਰਧਾਨ ਮੰਤਰੀ ਇਹਦਾ ਹੈੱਡ ਹੁੰਦਾ ਵਾ, ਠੀਕ ਆ, ਜੋ ਕਿ ਏਡ ਐਂਡ ਐਡਵਾਈਸ ਹੁੰਦੀ ਹੈ ਇਹਦੀ,
ਆਪਣੀ ਪ੍ਰੈਜ਼ੀਡੈਂਟ ਦੀ। ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ। ਜੇਕਰ ਤੁਸੀਂ ਆਪਣਾ ਕੌਂਸਲ ਆਫ ਯੂਨੀਅਨ ਕੌਂਸਲ ਆਫ ਮਿਨਿਸਟਰ ਦੀ ਕਲਾਸ ਦੇਖੋਗੇ ਤਾਂ ਉਹਦੇ ਵਿੱਚ ਆਪਾਂ ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ। ਜੇਕਰ ਰਾਜ ਸਭਾ 14 ਦਿਨਾਂ ਦੇ ਅੰਦਰ ਅੰਦਰ ਬਿੱਲ ਵਾਪਸ ਨਹੀਂ ਕਰਦੀ ਤਾਂ ਇਹਨੂੰ ਡੈਸ਼ ਮੰਨਿਆ ਜਾਏਗਾ। ਰਿਜੈਕਟਡ ਪਾਸ ਰੀਕਨਸੀਡਰੇਸ਼ਨ ਆਫ ਲੋਕ ਸਭਾ ਦਾ ਬਿੱਲ ਇਜ਼ ਰੀਸਬਮਿਟ ਇਨ ਰਾਜ ਸਭਾ। ਦੇਖੋ ਜੀ ਇਹ ਕੁਐਸਚਨ ਆ ਨਾ ਜਿਹੜਾ, ਇਹ ਵਾਲਾ ਕੁਐਸਚਨ PSSB ਨੇ ਡ੍ਰੌਪ ਕੀਤਾ ਹੋਇਆ। ਹੁਣ ਡ੍ਰੌਪ ਕਰਨ ਦੀ ਵਜ੍ਹਾ ਕੀ ਆ? ਵੈਸੇ ਤਾਂ ਤੁਸੀਂ ਕਰ ਲਿਆ ਹੋਊਗਾ ਕਿ ਇਹਦਾ ਆਨਸਰ ਆਪਦੇ ਮਾਈਂਡ ਦੇ ਵਿੱਚ ਵੀ ਸੋਚ ਲਿਆ ਹੋਊਗਾ, ਬਟ ਇਹਨੂੰ ਡ੍ਰੌਪ ਕਰਨ ਦਾ ਇੱਕ ਰੀਜ਼ਨ ਆ ਕਿ ਇਹਨੂੰ ਡ੍ਰੌਪ ਕਿਉਂ ਕੀਤਾ ਗਿਆ। ਸੋ ਦੇਖੋ ਜੀ ਇਹ ਚੀਜ਼ ਹੁੰਦੀ ਆ ਜੀ, ਇਹਨਾਂ ਨੇ ਕੀ ਚੀਜ਼ ਮਿਸਿੰਗ ਆ ਇਹਦੇ 'ਚ? ਬਿੱਲ ਦਾ ਮਤਲਬ ਇਹਨਾਂ ਨੇ ਸਿਰਫ ਬਿੱਲ ਲਿਖਿਆ ਜੀ, ਇੱਥੇ ਮਨੀ ਬਿੱਲ ਲਿਖਣਾ ਚਾਹੀਦਾ ਸੀ। ਮਨੀ ਬਿੱਲ ਇੱਕ ਇਹੋ ਜਿਹਾ ਹੁੰਦਾ ਜੇਕਰ ਮਨੀ ਬਿੱਲ ਨਾ 14 ਦਿਨਾਂ ਦੇ ਅੰਦਰ ਅੰਦਰ ਰਾਜ ਸਭਾ ਵਾਪਸ ਨਹੀਂ ਕਰਦੀ ਤਾਂ ਇਹਨੂੰ ਪਾਸ ਮੰਨਿਆ ਜਾਂਦਾ। ਵੈਸੇ ਤਾਂ B ਆਨਸਰ ਸਹੀ ਬਣੂਗਾ ਜੇਕਰ ਇਹ 'ਚ ਮਨੀ ਬਿੱਲ ਲਿਖਿਆ ਹੁੰਦਾ, ਪਰ ਆਰਡੀਨਰੀ ਬਿੱਲ ਦੇ ਮਾਮਲੇ 'ਚ ਗੱਲ ਹੋਰ ਹੁੰਦੀ ਹੈ, ਕਿਉਂਕਿ ਮਨੀ ਬਿੱਲ ਨਾਲ ਰਿਲੇਟਡ ਜਦੋਂ ਰਾਜ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਹੀ ਪੇਸ਼ ਹੁੰਦਾ ਪਹਿਲਾਂ ਤਾਂ, ਠੀਕ ਆ, ਜਿਹੜਾ ਮਨੀ ਬਿੱਲ ਹੁੰਦਾ। ਉਸ ਤੋਂ ਬਾਅਦ ਜਦੋਂ ਰਾਜ ਸਭਾ ਦੇ ਕੋਲੇ ਜਾਂਦਾ ਵਾ, ਠੀਕ ਆ, ਰਾਜ ਸਭਾ ਦੇ ਕੋਲੇ ਇਹ ਰਾਜ ਸਭਾ ਉਹਨੂੰ ਕੋਈ ਉਹ ਨਹੀਂ ਕਰ ਸਕਦੀ ਹੁੰਦੀ ਗੀ, ਠੀਕ ਆ। ਸੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੋਣੀਆਂ ਚਾਹੀਦੀਆਂ। ਜੇਕਰ ਤੁਸੀਂ ਆਪਣੀ ਕਲਾਸ ਦੇਖੀ ਆ ਇਹਦੀ ਲੋਕ ਸਭਾ ਤੇ ਰਾਜ ਸਭਾ, ਉਹਦੇ ਵਿੱਚ ਬਹੁਤ ਚੰਗੀ ਤਰ੍ਹਾਂ ਤੋਂ ਅਸੀਂ ਇਹ ਕੀਤਾ ਹੋਇਆ। ਤਾਂ ਸਿਰਫ ਤੇ ਸਿਰਫ ਲੋਕ ਸਭਾ ਦੇ ਵਿੱਚ ਇਹ ਪੇਸ਼ ਹੁੰਦਾ ਮਨੀ ਬਿੱਲ। ਸੋ ਰਾਜ ਸਭਾ ਦੇ ਕੋਲੇ ਕੋਈ ਪਾਵਰ ਨਹੀਂ ਹੁੰਦੀ ਕਿ ਇਹਦੇ ਨਾਲ ਰਿਲੇਟਡ ਮਤਲਬ ਕਿ ਰਾਜ ਸਭਾ ਇਹਨੂੰ ਕੋਈ ਅਮੈਂਡ ਕਰ ਸਕੇ ਜਾਂ ਉਹ ਕਰ ਸਕੇ। ਸੋ ਉਹ ਵਾਲੀ ਇੱਦਾਂ ਦੀ ਕੋਈ ਵੀ ਜਾਂ ਰਿਜੈਕਟ ਕਰ ਸਕੇ, ਉੱਦਾਂ ਦੀ ਕੋਈ ਵੀ ਪਾਵਰ ਨਹੀਂ ਹੁੰਦੀ। ਹਾਲਾਂਕਿ ਆਰਡੀਨਰੀ ਬਿੱਲ ਜਿਹੜਾ ਹੁੰਦਾ ਵਾ, ਜਿਹੜਾ ਸਧਾਰਨ ਬਿੱਲ ਹੁੰਦਾ, ਉਹਦੇ ਮਾਮਲੇ 'ਚ ਇਹਦੇ ਕੋਲ ਰਾਜ ਸਭਾ ਦੇ ਕੋਲੇ ਕੁਝ ਪਾਵਰਾਂ ਹੁੰਦੀਆਂ ਨੇ, ਠੀਕ ਆ। ਸੋ ਨੈਕਸਟ ਆਪਾਂ ਕਰਦੇ ਹਾਂ। ਸੋ ਇਹ ਕਲਾਸ ਦੇਖੋਗੇ, ਵੈਸੇ ਬਹੁਤ ਲੰਬਾ ਟੌਪਿਕ ਬਣ ਜਾਏਗਾ ਜੇਕਰ ਮੈਂ ਤੁਹਾਨੂੰ ਦੱਸਣ ਲੱਗ ਗਿਆ। ਨੈਕਸਟ ਆ ਗਿਆ ਗਵਰਨਰ ਕੈਨ ਇਸ਼ੂ ਆਰਡੀਨੈਂਸ ਇਸ਼ੂ ਕਰ ਸਕਦਾ ਗਵਰਨਰ ਕਿਸ ਟਾਈਮ ਦੇ? ਜਦੋਂ ਚੀਫ ਮਿਨਿਸਟਰ ਉਹਨੂੰ ਸਲਾਹ ਦੇਵੇ, ਜਦੋਂ ਵੀ ਉਹ ਚਾਹਵੇ। ਸਟੇਟ ਲੈਜਿਸਲੇਚਰ ਮੰਨ ਲਓ ਸੈਸ਼ਨ ਦੇ ਵਿੱਚ ਹੈ ਨਹੀਂ ਤੇ ਉਹਨੂੰ ਲੱਗੇ ਕਿ ਹਾਂ ਆਰਡੀਨੈਂਸ ਹੁਣ ਇਸ਼ੂ ਕਰ ਦੇਣਾ ਚਾਹੀਦਾ। ਯੂਨੀਅਨ ਗਵਰਨਮੈਂਟ ਦੀ ਡਾਇਰੈਕਟਸ ਹੈ। ਬਹੁਤ ਸੌਖਾ ਕੁਐਸਚਨ ਆਪਾਂ ਗਵਰਨਰ ਦੇ ਵਿੱਚ ਕੀਤਾ ਹੋਇਆ ਵਾ ਇਹ ਜੀ। ਜਦੋਂ ਰਾਜ ਵਿਧਾਨ ਸਭਾ ਸੈਸ਼ਨ 'ਚ ਨਹੀਂ ਹੁੰਦੀ, ਉਹਨੂੰ ਲੱਗੇ ਕਿ ਹਾਂ ਆਰਡੀਨੈਂਸ ਹੁਣ ਇਸ਼ੂ ਕਰਨਾ ਚਾਹੀਦਾ ਤਾਂ ਉਹ ਕਰ ਸਕਦਾ। ਗਵਰਨਰ ਦੀ ਗੱਲ ਹੋ ਰਹੀ ਹੈ। ਨੈਕਸਟ ਜੀ ਸਈਦ ਲਾਲ ਸ਼ਾਹ ਬੁਖਾਰੀ ਇਜ਼ ਐਸੋਸੀਏਟਡ। ਦੇਖੋ ਸਪੋਰਟਸ ਦੇ ਵਿੱਚੋਂ 2-3 ਕੁਐਸਚਨ ਬਣ ਗਏ ਹੋਏ ਆ। ਤੀਜਾ ਕੁਐਸਚਨ ਆ ਸਪੋਰਟਸ ਦੇ ਵਿੱਚੋਂ। ਸੋ ਸਪੋਰਟਸ ਟੌਪਿਕ ਆਪਾਂ ਬਹੁਤ ਜਲਦੀ ਸਟੈਟਿਕ ਜੀਕੇ ਦਾ ਇੱਕ ਕਲਾਸ ਛੱਡ ਕੇ ਸ਼ਾਇਦ ਦੋਸਤੋ ਅਗਲੀ ਕਲਾਸ ਆਪਾਂ ਸਪੋਰਟਸ ਹੀ ਕਰਨ ਵਾਲੇ ਆ। ਸਪੋਰਟਸ ਕਰਕੇ ਫਿਰ ਆਪਾਂ ਸਿਨੇਮਾ ਕਰਾਂਗੇ, ਫਿਰ ਉਸ ਤੋਂ ਬਾਅਦ ਅਵਾਰਡ ਐਂਡ ਆਨਰ ਕਰਾਂਗੇ, ਠੀਕ ਆ। ਸੋ ਇਹਨਾਂ ਦੇ ਵਿੱਚੋਂ ਵੀ ਬਹੁਤ ਸਾਰੀ ਸਟੈਟਿਕ ਜੀਕੇ ਤੁਹਾਡੀ ਕਵਰ ਹੋ ਜਾਏਗੀ। ਜਿਹੜੀਆਂ ਪਹਿਲੀਆਂ 10 ਕਲਾਸਾਂ ਮੈਂ ਤੁਹਾਨੂੰ ਦੱਸੀਆਂ ਨਾ, 10 ਕਲਾਸਾਂ ਆਪਣੀ ਸਟੈਟਿਕ ਜੀਕੇ ਦੀਆਂ 6 ਤਾਂ ਹੋ ਚੁੱਕੀਆਂ ਨੇ। ਇਸ ਤੋਂ ਬਾਅਦ ਜਿਹੜੀਆਂ 4 ਕਲਾਸਾਂ ਹੋਣਗੀਆਂ ਬਹੁਤ ਇੰਪੋਰਟੈਂਟ ਹੋਣਗੀਆਂ। ਸਭ ਤੋਂ ਪਹਿਲਾਂ ਆਪਾਂ ਇੰਪੋਰਟੈਂਟ ਚੀਜ਼ਾਂ ਕਰਨੀਆਂ। ਮੋਸਟ ਆਫ ਦੀ ਸਟੈਟਿਕ ਜੀਕੇ ਤੁਹਾਡੀ ਇਹ 10 ਕਲਾਸਾਂ 'ਚੋਂ ਹੀ ਪੂਰੀ ਹੋ ਜਾਏਗੀ। ਅਦਰਵਾਈਜ਼ ਤਾਂ ਆਪਾਂ 15-16 ਕਲਾਸਾਂ ਆਪਾਂ ਨੂੰ ਕਰਨੀਆਂ ਪੈਣੀਆਂ ਨੇ ਸਟੈਟਿਕ ਜੀਕੇ ਦੀਆਂ। ਹੋ ਸਕਦਾ ਵੱਧ ਵੀ ਹੋ ਜਾਣ। ਨੈਕਸਟ ਦੇਖੋ ਜੀ ਇਹਦਾ ਜੋ ਸਈਦ ਲਾਲ ਬੁਖਾਰੀ ਕਿਹਦੇ ਨਾਲ ਰਿਲੇਟਡ ਆ ਦੱਸੋ ਜੀ? ਆਪਣੀ ਬਹੁਤ ਸੌਖਾ ਕੁਐਸਚਨ ਬਣਦਾ ਜਿਹਨੇ ਪਹਿਲਾਂ ਪੜ੍ਹਿਆ ਹੋਇਆ ਵਾ। ਹਾਕੀ ਨਾਲ ਰਿਲੇਟਡ ਆ ਜੀ ਇਹ। ਹਾਂਜੀ ਵੈਨ ਵਾਜ਼ ਦਾ ਫਸਟ ਫਾਈਨੈਂਸ ਕਮਿਸ਼ਨ? ਕਦੋਂ ਕਨਸਟੀਟਿਊਸ਼ਨ ਹੋਇਆ ਸੀਗਾ ਵਿੱਤ ਕਮਿਸ਼ਨ? 1950, 1951, 52 ਜਾਂ 54? ਇਕਨੋਮਿਕਸ ਦੇ ਵਿੱਚ ਆਪਣਾ ਇਹ ਕੁਐਸਚਨ ਕਵਰ ਹੋਊਗਾ ਜਦੋਂ ਆਪਾਂ ਇਕਨੋਮਿਕਸ ਕਰਾਂਗੇ। ਸੋ 1951। ਅਗਰ ਆਪਣਾ ਨਾ ਮੰਨ ਲਓ ਸਪੋਜ਼ ਕਰ ਲਓ ਕਿ ਆਪਣਾ ਅਗਰ ਹੋਏਗਾ ਕਰੰਟ ਅਫੇਅਰ ਆਪਾਂ ਸ਼ੁਰੂ ਕਰਾਂਗੇ ਤਾਂ ਉਹਦੇ ਵਿੱਚ ਵੀ ਇਦਾਂ ਦੇ ਕੁਐਸਚਨ ਤੁਹਾਡੇ ਕਵਰ ਹੋ ਜਾਣਗੇ। ਇਹਦੇ ਲਈ ਤੁਹਾਨੂੰ ਅਲੱਗ ਤੋਂ ਇਕਨੋਮਿਕਸ ਨਹੀਂ ਪੜ੍ਹਨੀ ਪਏਗੀ। ਸੋ ਠੀਕ ਹੈ ਜੀ। 1951 ਦੇ ਵਿੱਚ ਪਹਿਲੀ ਵਾਰ ਐਸਟੈਬਲਿਸ਼ ਹੋਇਆ ਸੀ ਫਾਈਨੈਂਸ ਕਮਿਸ਼ਨ ਲਈ। ਆਰਟੀਕਲ ਕਿਹੜਾ ਇਹ ਤੁਸੀਂ ਮੈਨੂੰ ਦੱਸਣਾ। ਚਲੋ ਮੈਂ ਦੱਸ ਹੀ ਦੇਣਾ ਤੁਹਾਨੂੰ। 280 ਨੰਬਰ ਆਰਟੀਕਲ ਆ। ਜਦੋਂ ਆਪਾਂ ਕਨਸਟੀਟਿਊਸ਼ਨ ਬੋਡੀਜ਼ ਕਰਾਂਗੇ ਉਹਦੇ ਵਿੱਚ ਆਪਾਂ ਡਿਟੇਲ 'ਚ ਕਰ ਲਾਂਗੇ, ਠੀਕ ਹੈ। ਵਿਚ ਆਫ ਦਾ ਫੋਲੋਇੰਗ ਹੈਜ਼ ਦਾ ਹਾਈਐਸਟ ਵਾਈਂਡ? ਮਤਲਬ ਹਵਾ ਦੀ ਗਤੀ ਸਭ ਤੋਂ ਵੱਧ ਕਿੱਥੇ ਹੁੰਦੀ ਆ? ਲੂ 'ਚ, ਟਾਈਫੋਨ 'ਚ, ਟਰਨਾਡੋ 'ਚ ਜਾਂ ਹਰੀਕੈਨ ਦੇ ਵਿੱਚ? ਸੋ ਦੱਸੋ ਜੀ ਇਹਦਾ ਆਨਸਰ ਕੀ ਬਣਦਾ ਵਾ? ਸੋ ਇਹਦਾ ਸਹੀ ਆਨਸਰ ਬਣਦਾ ਜੀ ਟੋਰਨਾਡੋ। ਟੋਰਨਾਡੋ ਕਿਹਨੂੰ ਕਹਿੰਦਾ? ਇੱਕ ਨਾ ਹੁੰਦਾ ਵਾ ਹਵਾ ਦਾ ਜਿਵੇਂ ਗੋਲ ਨਹੀਂ, ਉਹ ਰਾਊਂਡ ਸ਼ੇਪ ਦੇ ਵਿੱਚ ਘੁੰਮਦਾ, ਜਿਹਨੂੰ ਬਵੰਡਰ ਕਹਿ ਦਿੰਦੇ ਆ। ਬਵੰਡਰ ਕਹਿੰਦੇ ਹੁੰਦੇ ਨਾ, ਬੜਾ ਤੇਜ਼ ਉਹਨੂੰ ਪੰਜਾਬੀ 'ਚ ਮੈਨੂੰ ਨਾਮ ਭੁੱਲ ਗਿਆ ਉਹਦਾ। ਪੰਜਾਬੀ ਦੇ ਵਿੱਚ ਆਪਣਾ ਕੀ ਨਾਮ ਸੀ? ਬਵੰਡਰ ਮੈਨੂੰ ਯਾਦ ਆ, ਠੀਕ ਆ ਜੀ। ਸੋ ਗੋਲ ਜਿਹਾ ਕਰਕੇ ਘੁੰਮਦਾ ਹੁੰਦਾ ਵਾ ਇੱਦਾਂ ਹਵਾ ਦੇ ਵਿੱਚ, ਠੀਕ ਆ। ਸੋ ਬਹੁਤ ਤੇਜ਼ ਹੁੰਦਾ। ਇਹਦੀ ਹਾਈਐਸਟ ਵਾਈਂਡ ਵੈਲੋਸਿਟੀ ਹੁੰਦੀ ਹੈ ਇਹਦੀ, ਠੀਕ ਆ। ਭਾਰਤ ਦੇ ਉਪ ਰਾਸ਼ਟਰਪਤੀ ਦੀ ਚੋਣ ਇਲੈਕਟੋਰਲ ਕਾਲਜ ਦੇ ਮੈਂਬਰ ਜਿਨ੍ਹਾਂ ਦੇ ਵਿੱਚ ਡੈਸ਼ ਦੇ ਮੈਂਬਰ ਹੁੰਦੇ ਨੇ। ਵਾਈਸ ਪ੍ਰੈਜ਼ੀਡੈਂਟ ਦਾ ਹੀ ਪੁੱਛ ਲਿਆ ਜੀ ਉਹਨਾਂ ਨੇ। ਵਾਈਸ ਪ੍ਰੈਜ਼ੀਡੈਂਟ ਟੌਪਿਕ ਦੇਖੋ ਇਹ ਸਾਰਾ ਤੁਹਾਡਾ ਕਵਰ ਹੋ ਜਾਏਗਾ। ਸੋ ਮੈਂ ਤੁਹਾਨੂੰ ਸਿੱਧਾ ਆਨਸਰ ਦੱਸੂਗਾ ਜੀ ਇਹਦਾ। ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਹੁੰਦੇ ਨੇ ਵਾਈਸ ਪ੍ਰੈਜ਼ੀਡੈਂਟ ਦੀ ਚੋਣ 'ਚ। ਸਾਰਾ ਕੁਝ ਆਪਾਂ ਕੀਤਾ ਹੋਇਆ। ਇਹਦੇ ਵਿੱਚੋਂ ਹੀ ਕੁਐਸਚਨ ਬਣ ਗਿਆ। ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਹਾਂ। ਵੇਅਰ ਵਾਜ਼ ਦਾ ਫਸਟ ਮਿਊਨਿਸਪਲ ਕਾਰਪੋਰੇਸ਼ਨ ਸੈਟਅਪ ਇਨ ਇੰਡੀਆ? ਮੁੰਬਈ, ਕਲਕੱਤਾ, ਦਿੱਲੀ ਜਾਂ ਚੇਨਈ? ਦੱਸੋ ਜੀ ਇਹਦਾ ਕਿਹੜਾ ਆਨਸਰ ਸਹੀ ਬਣੇਗਾ? ਬਹੁਤ ਸੌਖਾ ਕੁਐਸਚਨ ਬਣਦਾ। ਚੇਨਈ ਦੇ ਵਿੱਚ ਪਹਿਲੀ ਮਿਊਨਿਸਪਲ ਕਾਰਪੋਰੇਸ਼ਨ ਸੈੱਟ ਹੋਈ ਸੀ, ਠੀਕ ਹੈ ਜੀ। ਨੈਕਸਟ ਆਪਾਂ ਕਰਦੇ ਹਾਂ ਜੀ 116 ਨੰਬਰ ਕੁਐਸਚਨ। 3 ਲੈਵਲ ਗਵਰਨਮੈਂਟ ਆਫ ਇੰਡੀਆ? ਇੰਡੀਆ ਦੇ ਵਿੱਚ 3 ਲੈਵਲ ਦੀ ਗਵਰਨਮੈਂਟ ਆ। ਕਿਹੜੀ ਆ ਜੀ ਇਹਦੇ 'ਚ? ਸੈਂਟਰ ਸਟੇਟ ਲੋਕਲ, ਸੈਂਟਰ ਸਟੇਟ ਅਰਬਨ, ਸੈਂਟਰ ਸਟੇਟ ਰੂਰਲ ਜਾਂ ਪ੍ਰੈਜ਼ੀਡੈਂਟ ਸੈਂਟਰ ਜਾਂ ਸਟੇਟ? ਕਨਫਿਊਜ਼ ਨਹੀਂ ਹੋਣਾ ਬਿਲਕੁਲ ਵੀ ਜੀ। ਆ ਵੀ ਕੱਟ ਹੋ ਗਿਆ ਜੀ, ਆ ਸਿੱਧਾ ਹੀ ਕੱਟ ਹੋ ਗਿਆ। ਸੋ ਇਹ ਵੀ ਆਪਣਾ ਕੱਟ ਹੋ ਗਿਆ, ਠੀਕ ਹੈ। ਸੈਂਟਰ ਹੁੰਦੀ ਆ, ਸਟੇਟ ਹੁੰਦੀ ਆ ਤੇ ਲੋਕਲ ਦੇ ਵਿੱਚ ਆਪਾਂ ਦੇਖਿਆ ਕਿ ਜਿਹੜੇ ਲੋਕਲ ਲੈਵਲ ਦੇ ਆਪਣਾ ਪੰਚਾਇਤ ਹੋ ਗਿਆ, ਮਿਊਨਿਸਪੈਲਿਟੀਜ਼ ਹੋ ਗਈਆਂ, ਇਹ ਹੋ ਗਈਆਂ। ਇਹ ਮੈਂ ਤੁਹਾਨੂੰ
ਅਜੇ ਇੱਕ ਸੌਰੀ ਇਹੀ ਕੁਐਸਚਨ ਸ਼ਾਇਦ ਇੱਕ ਦੋ ਆਪਣੇ ਪੇਪਰ ਪਹਿਲਾਂ ਰਿਪੀਟ ਹੋਇਆ ਸੇਮ ਉਹੀ ਕੁਐਸਚਨ ਇਹਨਾਂ ਨੇ ਇੱਥੇ ਦੁਬਾਰੇ ਫੇਰ ਰਿਪੀਟ ਕਰਤਾ ਸੇਮ ਟੂ ਸੇਮ ਅਗਲੀ ਸ਼ਿਫਟ ਦੇ ਵਿੱਚ। ਵਾਟ ਇਜ਼ ਦਾ ਡਿਗਰੀ ਆਫ ਵਾਟਰ ਵੈਪਰ ਪ੍ਰੈਜ਼ੈਂਟ ਇਨ ਏਅਰ। ਧੁੰਦ ਹੁੰਦੀ ਆ, ਨਮੀ ਹੁੰਦੀ ਆ, ਹੇਜ਼ ਹੁੰਦੀ ਆ ਜਾਂ ਤੇਲ ਹੁੰਦੀ ਆ, ਠੀਕ ਆ। ਹਵਾ ਵਿੱਚ ਮੌਜੂਦਾ ਭਾਫ ਦੀ ਡਿਗਰੀ ਕੀ ਹੁੰਦੀ ਆ ਜੀ, ਦੱਸੋ ਜੀ। ਸੋ 117 ਦਾ ਆਪਣਾ ਨਮੀ ਹੁੰਦੀ ਆ, ਠੀਕ ਆ ਜੀ। ਵਿਚ ਆਫ ਦਾ ਫੋਲੋਇੰਗ ਇਜ਼ ਦਾ ਲੀਸਟ ਪੋਪੂਲੇਟਡ ਸਟੇਟ ਇਨ ਇੰਡੀਆ। ਇਹਨਾਂ ਦੇ ਵਿੱਚ ਦੱਸੋ ਜੀ ਲੀਸਟ ਪੋਪੂਲਰ ਮਤਲਬ ਸਭ ਤੋਂ ਘੱਟ ਆਬਾਦੀ ਵਾਲਾ ਦੇਸ਼ ਆਪਣਾ ਰਾਜ ਕਿਹੜਾ ਵਾ ਆਪਣੇ ਭਾਰਤ ਦੇ ਵਿੱਚ। ਸੋ ਇਹਦਾ ਬਣਦਾ ਗੋਆ, ਲਕਸ਼ਦੀਪ, ਅਰੁਣਾਚਲ ਪ੍ਰਦੇਸ਼ ਜਾਂ ਸਿੱਕਮ। ਸੋ ਤੁਸੀਂ ਸੋਚ ਲਿਆ ਹੋਊਗਾ ਸਿੱਕਮ ਆ ਇਹਦੀ ਸਭ ਤੋਂ ਘੱਟ ਆਬਾਦੀ ਵਾਲਾ ਰਾਜ ਵਾ, ਠੀਕ ਹੈ। ਸਭ ਤੋਂ ਵੱਧ ਆਬਾਦੀ ਵਾਲਾ ਰਾਜ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਯੂਪੀ ਆ। ਸਟੈਟਿਕ ਜੀਕੇ 'ਚ ਆਪਾਂ ਇਹ ਕਰ ਲਾਂਗੇ। ਨੈਕਸਟ, ਵਿਚ ਆਫ ਦਾ ਫੋਲੋਇੰਗ ਕਮੇਟੀ ਸੁਜੈਸਟਡ ਇਨਕਰਪਸ਼ਨ ਆਫ ਫੰਡਾਮੈਂਟਲ ਡਿਊਟੀਜ਼ ਇਨ ਇੰਡੀਆ। ਇਹਨਾਂ ਦੇ ਵਿੱਚੋਂ ਕਿਹੜੀ ਕਮੇਟੀ ਨੇ ਭਾਰਤੀ ਸੰਵਿਧਾਨ ਵਿੱਚ ਫੰਡਾਮੈਂਟਲ ਡਿਊਟੀਜ਼ ਨੂੰ ਸ਼ਾਮਲ ਕਰਨ ਦਾ ਸੁਝਾਅ ਦਿੱਤਾ ਸੀ। ਸਵਰਨ ਸਿੰਘ ਕਮੇਟੀ, ਰਘੂਵਰਨ ਕਮੇਟੀ, ਸਰਕਾਰੀਆ ਕਮੇਟੀ ਜਾਂ ਨਰਸਿਮਹਨ ਕਮੇਟੀ। ਇਹ ਵੀ ਮੈਂ ਤੁਹਾਨੂੰ ਕਰਵਾਇਆ ਹੋਇਆ ਜੀ। ਕਿਸੇ ਵੀ ਕੈਂਡੀਡੇਟ ਦਾ ਇਹ ਗਲਤ ਨਹੀਂ ਹੋਣਾ ਚਾਹੀਦਾ, ਬਹੁਤ ਸੌਖਾ ਕੁਐਸਚਨ ਬਣਦਾ। ਸਵਰਨ ਸਿੰਘ ਕਮੇਟੀ ਆ ਜੀ ਜਿਹੜੀ ਆਪਣੀ ਫੰਡਾਮੈਂਟਲ ਡਿਊਟੀਜ਼ ਆ ਕਿਹੜੇ ਪਾਰਟ ਦੇ ਵਿੱਚ ਦਰਜ ਆ, ਪਾਰਟ 4A ਦੇ ਵਿੱਚ ਦਰਜ ਆ। ਆਰਟੀਕਲ ਕਿਹੜਾ ਜੀ, ਆਰਟੀਕਲ 51A, ਠੀਕ ਹੈ। ਚੰਗੀ ਤਰ੍ਹਾਂ ਯਾਦ ਕਰ ਲਓ। ਹੂ ਨੋਮੀਨੇਟ ਦਾ ਚੇਅਰਮੈਨ ਆਫ ਕਮੇਟੀ ਆਫ ਕਮਰਸ ਦੇ ਨੂੰ ਚੇਅਰਮੈਨ ਨੂੰ ਕੌਣ ਆਪਣਾ ਕਰਦਾ ਵਾ ਨੋਮੀਨੇਟ, ਲੋਕ ਸਭਾ ਸਪੀਕਰ, ਚੇਅਰਮੈਨ ਆਫ ਰਾਜ ਸਭਾ, ਪ੍ਰਾਈਮ ਮਿਨਿਸਟਰ ਜਾਂ ਹੋਮ ਮਿਨਿਸਟਰ। ਸੋ ਇਹਦਾ ਸਹੀ ਆਨਸਰ ਬਣਦਾ ਵਾ ਜੀ ਆਪਣਾ ਲੋਕ ਸਭਾ ਦਾ ਸਪੀਕਰ ਹੁੰਦਾ ਜਿਹੜਾ ਕਿ ਕਮੇਟੀਆਂ ਦੇ ਚੇਅਰਮੈਨ ਨੂੰ ਆਪਣਾ ਕਰਦਾ ਹੁੰਦਾ, ਨੋਮੀਨੇਟ ਕਰਦਾ ਹੁੰਦਾ। ਸੋ ਇਹ ਸੀਗੀ ਆਪਣੀ ਜੀ 120 ਕੁਐਸਚਨ ਆਪਣੇ ਹੋ ਚੁੱਕੇ ਨੇ, ਠੀਕ ਹੈ। ਜੇਲ੍ਹ ਵਾਰਡਨ ਦੀ ਸ਼ਿਫਟ 4 ਸੀ। 28 ਅਗਸਤ ਨੂੰ ਇਹ ਪੇਪਰ ਹੋਇਆ ਸੀ। 28 ਅਗਸਤ ਨੂੰ ਈਵਨਿੰਗ ਸ਼ਿਫਟ ਦੇ ਵਿੱਚ ਇਹ ਪੇਪਰ ਹੋਇਆ ਸੀ। 12 ਪੇਪਰ ਆਪਾਂ ਕਰ ਚੁੱਕੇ ਹਾਂ ਅਤੇ ਆਪਣੇ ਹੁਣ ਰਹਿ ਗਏ ਹੋਏ ਆ ਜੀ ਪੇਪਰ 3 ਪੇਪਰ ਆਪਣੇ ਇਹਦੇ ਰਹਿ ਗਏ ਹੋਏ, ਸੌਰੀ 2 ਪੇਪਰ ਇਹਦੇ ਰਹਿ ਗਏ ਹੋਏ ਆ। ਸੋ ਇੱਕ ਪੇਪਰ ਆਪਣਾ ਹੋਰ ਹੋਏਗਾ ਸ਼ਾਇਦ, ਇੱਕ ਇਲੈਕਸ਼ਨ ਕਾਨੂੰਗੋ ਦਾ ਪੇਪਰ ਰਹਿੰਦਾ ਵਾ। ਬਾਕੀ ਸਾਰੇ ਆਪਾਂ ਕਰ ਚੁੱਕੇ ਹਾਂ, ਚਾਹੇ ਉਹ ਕਲਰਕ ਹੋਵੇ, ਚਾਹੇ ਪਟਵਾਰੀ ਹੋਵੇ, ਚਾਹੇ ਐਗਜ਼ਾਈਜ਼ ਹੋਵੇ, ਚਾਹੇ ਜੇਲ੍ਹ ਸੁਪਰੀਡੈਂਟ ਹੋਵੇ, ਬਾਕੀ ਸਾਰਾ ਆਪਾਂ ਕਰ ਚੁੱਕੇ ਹਾਂ, ਠੀਕ ਹੈ ਜੀ। ਸੋ ਹੁਣ ਇਹ ਆਪਣੀ ਕੰਪਲੀਟ ਹੋ ਗਿਆ ਹੋਇਆ ਵਾ ਕਲਾਸ। ਸੋ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ। ਸੋ ਕੁਛ ਇਹਦੇ ਨਾਲ ਤੁਹਾਡੇ, ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ, ਇਹਦੇ ਨਾਲ ਤੁਹਾਡੇ ਪੇਪਰ ਕਲੀਅਰ ਨਹੀਂ ਹੋਣਗੇ। ਇਹ ਜਸਟ ਤੁਹਾਡੀ ਇੱਕ ਰਿਵੀਜ਼ਨ ਲਈ ਆ। ਤੁਸੀਂ ਸਿਰਫ ਰਿਵੀਜ਼ਨ ਜਿੰਨਾ ਵੀ ਤੁਸੀਂ ਪੜ੍ਹਿਆ ਉਹਦੇ ਵਿੱਚ ਦੇਖੋਗੇ ਉਸ ਪੜ੍ਹੇ ਹੋਏ ਦੇ ਵਿੱਚੋਂ ਤੁਹਾਨੂੰ ਕਿੰਨਾ ਆ ਰਿਹਾ ਵਾ। ਜਿਹੜਾ ਤੁਸੀਂ ਨਹੀਂ ਪੜ੍ਹਿਆ ਉਹਨੂੰ ਦੇਖ ਕੇ ਪਰੇਸ਼ਾਨ ਨਾ ਹੋਏ ਕਿ ਯਾਰ ਇਹ ਚੀਜ਼ ਕਿਵੇਂ ਹੋ ਗਈ, ਮੈਂ ਇਹ ਚੀਜ਼ ਨਹੀਂ ਪੜ੍ਹਿਆ ਸੀ। ਉਹ ਚੀਜ਼ ਤੁਸੀਂ ਪੜ੍ਹੀ ਹੋ ਨਹੀਂ, ਪਰ ਜੇ ਤੁਸੀਂ ਪੜ੍ਹੇ ਹੋਣ ਦੇ ਬਾਵਜੂਦ ਵੀ ਉਹ ਚੀਜ਼ ਗਲਤ ਕਰ ਰਹੇ ਹੋ ਤਾਂ ਉਹਨੂੰ ਦੁਬਾਰੇ ਚੰਗੀ ਤਰ੍ਹਾਂ ਪੜ੍ਹੋ, ਠੀਕ ਆ। ਸੋ ਦੂਜੀ ਚੀਜ਼ ਨੂੰ, ਨਵੀਂ ਚੀਜ਼ ਨੂੰ ਤੁਸੀਂ ਉਦੋਂ ਪੜ੍ਹਨਾ ਜਦੋਂ ਤੁਸੀਂ ਪੁਰਾਣਾ ਚੰਗੀ ਤਰ੍ਹਾਂ ਯਾਦ ਹੋ ਗਿਆ। ਜੇ ਤੁਸੀਂ ਆਹ ਤੁਹਾਨੂੰ ਪੜ੍ਹੇ ਹੋਈ ਮੰਨ ਲਓ ਕੋਈ ਚੀਜ਼ ਤੁਹਾਨੂੰ ਯਾਦ ਨਹੀਂ, ਮੰਨ ਲਓ ਆਹ ਵਾਲੀ ਚੀਜ਼ ਲਾ ਲਓ, ਫੰਡਾਮੈਂਟਲ ਡਿਊਟੀਜ਼ ਤੁਸੀਂ ਪੜ੍ਹੀ ਹੋਈ ਆ, ਉਹ ਤੁਹਾਨੂੰ ਯਾਦ ਨਹੀਂ ਹੋਏਗੀ। ਮੰਨ ਲਓ ਤੁਸੀਂ ਆਹ ਗਲਤ ਲਾਤਾ ਹੋਇਆ, ਵੈਸੇ ਤੁਸੀਂ ਪੜ੍ਹਿਆ ਹੋਇਆ, ਤਾਂ ਇਹਦਾ ਮਤਲਬ ਤੁਹਾਨੂੰ ਇਹੀ ਦੁਬਾਰੇ ਪੜ੍ਹਨ ਦੀ ਲੋੜ ਆ। ਫੰਡਾਮੈਂਟਲ ਡਿਊਟੀਜ਼ ਨੂੰ ਚੰਗੀ ਤਰ੍ਹਾਂ ਪੜ੍ਹੋ ਕਿਉਂਕਿ ਇਹਦੇ ਵਿੱਚੋਂ ਕੁਐਸਚਨ ਬਣਦਾ ਹੀ ਬਣਦਾ ਵਾ। ਸੋ ਤੁਸੀਂ ਚੱਕ ਕੇ ਕੋਈ ਹੋਰ ਮੰਨ ਲਓ ਤੁਸੀਂ ਪਾਰਲੀਮੈਂਟ ਚੱਕ ਲਓਗੇ, ਤੁਹਾਨੂੰ ਪਾਰਲੀਮੈਂਟ ਵੀ ਨਹੀਂ ਯਾਦ ਹੋਣਾਗਾ ਫਿਰ, ਠੀਕ ਆ। ਸੋ ਪਹਿਲਾਂ ਉਹ ਵਾਲੀ ਚੀਜ਼ ਨੂੰ ਚੰਗੀ ਤਰ੍ਹਾਂ ਯਾਦ ਕਰਨਾ ਵਾ ਜਿਹੜੀ ਤੁਸੀਂ ਇੱਕ ਵਾਰੀ ਪੜ੍ਹ ਲਈ ਫਿਰ ਵੀ ਗਲਤ ਕਰ ਰਹੇ ਹੋ, ਤਾਂ ਉਸ ਤੋਂ ਬਾਅਦ ਤੁਸੀਂ ਨਵੀਂ ਚੀਜ਼ ਕਰਨੀ ਹੈ, ਠੀਕ ਹੈ ਜੀ। ਸੋ ਧੰਨਵਾਦ ਜੀ, ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਕਲਾਸ 'ਚ। ਸਬਸਕ੍ਰਾਈਬ ਜ਼ਰੂਰ ਕਰੋ ਜੀ ਚੈਨਲ ਨੂੰ। ਧੰਨਵਾਦ ਜੀ।